ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਆਗੀ ਦਸ ਵਿਰੋਧ ਮਤ ਸਾਧਨ ਹਿੰਸਾ, ਅਹੰਕਾਰ ਆਲਸ ਕ੍ਰਿਪਨਤਵ ਪ੍ਰਮਾਨੰ, ਕਠੋਰਤ ਜੜਤ ਕੁਚਲਿਤ ਅਸੌਚੰ, ਕਲਮਾ ਮਾਸ ਅਭਿਗਤ ਆਨੰ, ਵਿਰੋਧ ਮਤ ਸਾਧਨ ਹਿੰਸਾ, ਅਹੰਕਾਰ ਆਲਸ ਕ੍ਰਿਪਨਤਵ ਪ੍ਰਮਾਨੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਖਾਲਸੇ ਦੇ ਉੱਪਰ ਕਿਰਪਾ ਕਰਕੇ ਖਾਲਸੇ ਦੀ ਰਹਿਣੀ ਮਹਾਰਾਜ ਸਾਹਿਬ ਜੀ ਆਪ ਸੰਗਤਾਂ ਦੇ ਤਾਈਂ ਦੱਸਦੇ ਪਏ ਹਨ। ਮਹਾਰਾਜ ਸਾਹਿਬ ਜੀ ਕਹਿੰਦੇ, ਜਿਵੇਂ ਗੁਰਬਾਣੀ ਤੋਂ ਉਗਤੀਆਂ ਜੁਗਤੀਆਂ ਦੀ ਸਹਿਤ ਮੈਂ ਖਾਲਸੇ ਦੀ ਰਹਿਣੀ ਸੁਣੀ ਹੈ, ਉਹ ਮੈਂ ਖਾਲਸਾ ਜੀ ਤੁਹਾਡੇ ਤਾਈਂ ਦੱਸਦਾ ਹਾਂ। ਮਹਾਰਾਜ ਕਲਗੀਧਰ ਜੀ ਨੇ ਖਾਲਸੇ ਦੇ 10 ਗੁਣ ਦੱਸੇ ਨੇ। ਖਾਲਸਾ ਦਇਆਵਾਨ ਹੋਵੇ, ਦਾਨੀ ਹੋਵੇ, ਖਿਮਾ ਕਰਨ ਵਾਲਾ ਹੋਵੇ, ਇਸ਼ਨਾਨ ਕਰਨ ਵਾਲਾ ਹੋਵੇ, ਇਸੇ ਤਰ੍ਹਾਂ ਸੀਲ ਠੰਡੇ ਸੁਭਾਅ ਵਾਲਾ ਹੋਵੇ, ਸੁਚਮਤਾ ਰੱਖੇ, ਸਤਿਅੰ ਸੰਭਾਨੰ ਸੱਚ ਬੋਲੇ, ਸ਼ੁਭ ਗੁਣਾਂ ਨੂੰ ਪ੍ਰਾਪਤ ਕਰਨ ਵਾਲਾ ਹੋਵੇ, ਸੂਰਮਾ ਹੋਵੇ ਤੇ ਭਗਤੀ ਨੂੰ ਹਿਰਦਿਓਂ ਮੰਨਣ ਵਾਲਾ ਹੋਵੇ। ਇਹ ਗੁਰੂ ਕੇ ਖਾਲਸੇ ਦੇ 10 ਗੁਣ ਨੇ। ਸੁੱਚ ਦੀ ਜਗ੍ਹਾ ਦੇ ਉੱਪਰ ਸੌਚ ਪਾਠ ਵੀ ਗਿਆਨੀ ਚੰਦਾ ਸਿੰਘ ਜੀ ਦੀ ਬੀੜ ਵਿੱਚ ਦਰਸ਼ਨ ਕੀਤਾ ਹੈ। ਅੱਗੇ ਮਹਾਰਾਜ ਖਾਲਸੇ ਜੀ ਖਾਲਸੇ ਦੇ ਤਾਈਂ 10 ਔਗਣ ਦੱਸਦੇ ਨੇ, ਜਿਨ੍ਹਾਂ ਦਾ ਗੁਰੂ ਕੇ ਖਾਲਸੇ ਨੇ ਤਿਆਗ ਕਰਨਾ ਹੈ। 10 ਗੁਣਾਂ ਨੂੰ ਧਾਰਨ ਕਰਨਾ ਹੈ ਤੇ 10 ਔਗਣਾਂ ਦਾ ਤਿਆਗ ਕਰਨਾ ਹੈ। ਸੋ ਮਹਾਰਾਜ ਸਾਹਿਬ ਜੀ ਨੇ ਜਿਵੇਂ 5 ਕੱਕਿਆਂ ਦੀ ਰਹਿਣੀ ਦੱਸੀ ਹੈ, 5 ਕੱਕੇ ਧਾਰਨ ਕਰਨੇ ਨੇ, 5 ਹਾਇਆਂ ਦਾ ਤਿਆਗ ਕਰਨਾ ਹੈ। ਇੱਦਾਂ ਹੀ ਅੰਤਰੀਵੀ ਤੌਰ ਤੇ ਗੁਰੂ ਕੇ ਖਾਲਸੇ ਨੇ 10 ਗੁਣਾਂ ਨੂੰ ਧਾਰਨ ਕਰਨਾ ਹੈ ਤੇ 10 ਔਗਣਾਂ ਦੇ ਤਾਈਂ ਤਿਆਗਣਾ ਹੈ। ਸੋ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਪਏ ਨੇ। ਮਨ ਦੀਆਂ ਬਿਰਤੀਆਂ ਨੂੰ ਇਕਾਗਰਚਿਤ ਕਰੀਏ, ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਸੱਚੇ ਪਾਤਸ਼ਾਹ ਜੀ ਜੋ ਉਪਦੇਸ਼ ਬਖਸ਼ਦੇ ਪਏ ਨੇ, ਉਹ ਪਿਆਰ ਦੇ ਨਾਲ ਸਰਵਣ ਕਰੀਏ। ਸਤਿਕਾਰਯੋਗ ਗਿਆਨੀ ਦੀਪ ਸਿੰਘ ਜੀ ਆਪ ਸੰਗਤਾਂ ਨੂੰ ਪਾਠ ਸਰਵਣ ਕਰਵਾ ਰਹੇ ਨੇ। ਆਓ ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਆਗੀ 10 ਮਹਾਰਾਜ ਕਲਗੀਧਰ ਜੀ ਜੋ ਖਾਲਸੇ ਦੇ ਤਿਆਗਣੇ ਯੋਗ 10 ਨੇ ਔਗਣ, ਉਹਨਾਂ ਦਾ ਮਹਾਰਾਜ ਸਾਹਿਬ ਜੀ ਇੱਥੇ ਵਰਣਨ ਕਰਦੇ ਪਏ ਨੇ। ਪਹਿਲਾਂ ਧਾਰਨੇ ਯੋਗ ਦੱਸੇ ਨੇ, ਹੁਣ ਤਿਆਗਣੇ ਯੋਗ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਪਏ ਨੇ। ਵਿਰੋਧ ਮਤ ਸਾਧਨ ਹਿੰਸਾ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਜਿਹੜਾ ਗੁਰੂ ਕਾ ਖਾਲਸਾ ਹੈ ਨਾ, ਪਹਿਲਾ ਤੇ ਉਹਦਾ ਇਹ ਹੈ ਵੀ ਜਪ ਤਪ ਦੇ ਵਿੱਚ ਵਿਘਨ ਪਾਉਣ ਵਾਲਾ ਜਿਹੜਾ ਸਾਧਨ ਨੇ, ਉਹਨਾਂ ਸਾਧਨਾ ਵਾਲਾ ਜੋ ਮਤ ਵਿਰੋਧੀ ਹੈ, ਉਹਦਾ ਤਿਆਗ ਕਰਨਾ। ਗੁਰੂ ਖਾਲਸਾ ਜੀ ਕਈ ਵਾਰ ਜਪ ਤਪ ਕਰਨ ਲੱਗੀਏ ਤੇ ਕਈ ਇਹੋ ਜਿਹੇ ਸਾਧਨ, ਇਹੋ ਜਿਹੇ ਕੰਮ ਹੁੰਦੇ ਨੇ ਜਿਹੜੇ ਗੁਰੂ ਖਾਲਸਾ ਜੀ ਜਪ ਤਪ ਦੇ ਵਿੱਚ ਵਿਘਨ ਪਾ ਦਿੰਦੇ ਨੇ। ਤੇ ਐਸੇ ਜਿਹੜੇ ਵਿਰੋਧੀ ਮਤ ਨੇ, ਜਿਹੜੇ ਗੁਰੂ ਖਾਲਸਾ ਜੀ ਕੋ ਢੰਗ ਸਾਧਨਾ ਦੇ ਸਹਿਤ ਨੇ, ਉਹਨਾਂ ਦਾ ਤਿਆਗ ਗੁਰੂ ਕੇ ਖਾਲਸੇ ਨੇ ਮਨੋ ਕਰਨਾ ਹੈ। ਦੂਜਾ ਅਰਥ ਇਹ ਵੀ ਕਰਦੇ ਨੇ, ਗੁਰੂ ਖਾਲਸਾ ਜੀ ਖਾਲਸੇ ਦਾ ਅਦਵੈਤ ਸਿਧਾਂਤ ਹੈ। ਅਦਵੈਤ ਕਹਿੰਦੇ ਨੇ ਇੱਕ ਨੂੰ ਮੰਨਣਾ। ਜਿਹੜੇ ਗੁਰੂ ਖਾਲਸਾ ਜੀ ਇੱਕ ਨੂੰ ਨਹੀਂ ਮੰਨਦੇ, ਐਸੇ ਜਿਹੜੇ ਵਿਰੋਧੀ ਮਤ ਨੇ,
ਤੇ ਕੁਢੰਗ ਸਾਧਨਾ ਵਾਲੇ ਨੇ ਉਹਨਾਂ ਦਾ ਗੁਰੂ ਕੇ ਖਾਲਸੇ ਨੇ ਤਿਆਗ ਕਰਨਾ ਹੈ। ਜਿਵੇਂ ਗੁਰੂ ਖਾਲਸਾ ਜੀ ਵਾਮ ਮਾਰਗੀਏ ਨੇ, ਉਹ ਕੀ ਕਰਦੇ ਨੇ, ਸ਼ਰਾਬ ਪੀ ਜਾਂਦੇ ਨੇ ਤੇ ਮਗਰੋਂ ਉਲਟੀਆਂ ਕਰਨ ਲੱਗ ਜਾਂਦੇ ਨੇ ਤੇ ਫਿਰ ਇੱਕ ਦੂਜੇ ਦੀਆਂ ਉਲਟੀਆਂ ਨੂੰ ਖਾਂਦੇ ਨੇ ਤੇ ਮੰਤਰ ਜਪਦੇ ਨੇ। ਐਸੇ ਗੁਰੂ ਖਾਲਸਾ ਜੀ ਵਾਮ ਮਾਰਗੀਏ ਹਨ। ਇਸੇ ਤਰੀਕੇ ਦੇ ਨਾਲ ਇੱਕ ਐਸਾ ਮਤ ਹੈ, ਉਹ ਭਾਗ ਦੇ ਵਿੱਚ ਜ਼ੁਬਾਨ ਰੱਖ ਕੇ ਮੰਤਰ ਪੜ੍ਹਦੇ ਨੇ ਤੇ ਕਹਿੰਦੇ ਨੇ ਵੀ ਇਹ ਮੰਤਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਦਰ ਦੇ ਉੱਪਰ ਪ੍ਰਵਾਨ ਹੋਵੇਗਾ। ਵਿਚਾਰ ਸਾਗਰ ਗ੍ਰੰਥ ਦੇ ਵਿੱਚ ਇਹੋ ਜਿਹੇ ਸਾਧਨਾ ਵਾਲੇ ਮਤ ਦੱਸੇ ਨੇ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਅਦਵੈਤ ਸਿਧਾਂਤ ਤੋਂ ਵਿਰੋਧੀ ਜਿਹੜੇ ਐਸੇ ਕਠਿਨ ਔਖੇ ਬਿਖਮ ਸਾਧਨਾ ਵਾਲੇ ਮਤ ਨੇ, ਉਹਨਾਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਜਾਂ ਜਿਹੜੇ ਗੁਰਮਤਿ ਦੇ ਵਿਰੋਧੀ ਮਤ ਨੇ, ਕੁਢੰਗ ਦੱਸਦੇ ਨੇ, ਜਿਹੜੇ ਗੁਰਮਤਿ ਦੇ ਅਨੁਸਾਰੀ ਨਹੀਂ, ਉਹਨਾਂ ਦਾ ਦਿਲੋਂ ਤਿਆਗ ਕਰਨਾ ਇਹ ਗੁਰੂ ਕੇ ਖਾਲਸੇ ਦਾ ਪਹਿਲਾ ਫਰਜ਼ ਹੈ। ਦੂਜਾ, ਗੁਰੂ ਖਾਲਸਾ ਜੀ ਹਿੰਸਾ, ਖਾਲਸੇ ਨੇ ਹਿੰਸਾ ਨਹੀਂ ਕਰਨੀ। ਅਹਿੰਸੋ ਪਰਮਾ ਧਰਮਾ, ਗੁਰੂ ਖਾਲਸਾ ਜੀ ਅਹਿੰਸਾ ਕਰਨੀ ਪਰਮ ਧਰਮ ਹੈ। ਪਰ ਅਹਿੰਸਾ ਮਨ ਕਰਕੇ ਉਹਨਾਂ ਦੇ ਖਾਲਸਾ ਛਤਰੀ ਹੈ, ਜੰਗ ਕਰਨਾ ਗੁਰੂ ਕੇ ਖਾਲਸੇ ਦਾ ਫਰਜ਼ ਹੈ। ਪਰ ਮਨ ਕਰਕੇ ਗੁਰੂ ਖਾਲਸਾ ਜੀ ਕਿਸੇ ਦਾ ਬੁਰਾ ਨਹੀਂ ਚਿਤਵਣਾ, ਮਨ ਕਰਕੇ ਕਿਸੇ ਦੀ ਨਿੰਦਿਆ ਨਹੀਂ ਕਰਨੀ, ਮਨ ਕਰਕੇ ਕਿਸੇ ਦਾ ਬੁਰਾ ਨਹੀਂ ਚਿਤਵਣਾ। ਜ਼ੁਬਾਨ ਤੋਂ ਵੀ ਇਹੀ ਰੱਖਣਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹਿੰਸਾ ਦਾ ਤਿਆਗ ਕਰਨਾ ਹੈ। ਤੇ ਜਿਹੜੇ ਵਿਰੋਧੀ ਮਤ ਨੇ, ਗੁਰਮਤਿ ਤੋਂ ਵਿਰੋਧੀ ਮਤ ਨੇ, ਉਹਨਾਂ ਮਤਾਂ ਦਾ ਤੇ ਉਹਨਾਂ ਮਤਾਂ ਦੇ ਜਿਹੜੇ ਗੁਰਮਤਿ ਤੋਂ ਉਲਟ ਸਾਧਨ ਨੇ, ਉਹਨਾਂ ਦਾ ਤਿਆਗ ਕਰਨਾ, ਇਹ ਦੋ ਔਗਣ ਮਹਾਰਾਜ ਸਾਹਿਬ ਜੀ ਨੇ ਦੱਸੇ ਹਨ। ਅਹੰਕਾਰ ਆਲਸ ਕਿਰਪ ਨਤਵ ਪ੍ਰਮਾਨੰ। ਮਹਾਰਾਜ ਸਾਹਿਬ ਜੀ ਕਹਿੰਦੇ ਤੀਜਾ ਔਗਣ ਹੈ ਅਹੰਕਾਰ। ਗੁਰੂ ਕੇ ਖਾਲਸੇ ਦੇ ਵਿੱਚ ਅਹੰਕਾਰ ਨਹੀਂ ਹੋਣਾ ਚਾਹੀਦਾ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇਕ ਠਾਏ। ਗੁਰੂ ਖਾਲਸਾ ਜੀ ਜਿੱਥੇ ਹਉਮੈ ਉੱਥੇ ਨਾਮ ਨਹੀਂ ਆ ਸਕਦਾ, ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ ਆ ਸਕਦੀ, ਕਿਉਂਕਿ ਦੋਨਾਂ ਦਾ ਆਪਸ ਦੇ ਵਿੱਚ ਵਿਰੋਧ ਚੱਲਦਾ ਪਿਆ ਹੈ। ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਅਹੰਕਾਰੀਆ ਨਿੰਦਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਿਹੜੇ ਅਹੰਕਾਰੀ ਨਿੰਦਕ ਪੁਰਖ ਨੇ, ਉਹਨਾਂ ਨੂੰ ਸਦਾ ਹੀ ਵਾਹਿਗੁਰੂ ਅਕਾਲ ਪੁਰਖ ਜੀ ਪਿੱਠ ਵਿਖਾਉਂਦੇ ਨੇ। ਜਿਹੜੇ ਨਾਮ ਜਪਣ ਵਾਲੇ ਨੇ, ਉਹਨਾਂ ਨੂੰ ਆਪਣੇ ਚਰਨਾਂ ਨਾਲ ਜੋੜਦੇ ਨੇ, ਉਹਨਾਂ ਨਾਲ ਮੁਖ ਲਾਉਂਦੇ ਨੇ। ਸੋ ਤੀਜਾ ਇਹ ਅਹੰਕਾਰ ਦਾ ਤਿਆਗ ਗੁਰੂ ਕੇ ਖਾਲਸੇ ਨੇ ਕਰਨਾ ਹੈ। ਚੌਥਾ, ਗੁਰੂ ਖਾਲਸਾ ਜੀ ਆਲਸ ਹੈ। ਗੁਰੂ ਕੇ ਖਾਲਸੇ ਨੇ ਕਦੇ ਆਲਸ ਨਹੀਂ ਕਰਨਾ। ਅੰਮ੍ਰਿਤ ਵੇਲੇ ਉੱਠਣਾ ਹੈ ਤੇ ਉੱਠ ਕਰਕੇ ਗੁਰੂ ਕੇ ਖਾਲਸੇ ਨੇ ਚੌਂਕੜਾ ਮਾਰ ਕੇ ਨਾਮ ਜਪਣਾ ਹੈ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿਨਾਂ ਦੇ ਪਾਸ ਜਦੋਂ ਕਲਯੁਗ ਚੱਲ ਕਰਕੇ ਆਇਆ ਤੇ ਕਲਯੁਗ ਨੇ ਗੁਰੂ ਖਾਲਸਾ ਜੀ ਇੱਕ ਰਜਾਈ ਦੀ ਬੁੱਕਲ ਮਾਰੀ ਹੋਈ ਤੇ ਉਹਦੇ ਵਿੱਚ ਛੇਕ ਹੋਏ ਸਨ। ਭਾਈ ਮਰਦਾਨੇ ਨੇ ਪੁੱਛਿਆ, ਮਹਾਰਾਜ ਕਲਯੁਗ ਨੇ ਇਹ ਰਜਾਈ ਕਿਉਂ ਲਈ ਹੈ? ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਹੀ ਪੁੱਛ ਲਓ। ਜਦੋਂ ਗੁਰੂ ਖਾਲਸਾ ਜੀ ਕਲਯੁਗ ਨੂੰ ਪੁੱਛਿਆ, ਉਹ ਕਹਿਣ ਲੱਗਾ, ਇਹ ਮੇਰੀ ਦਲਿੱਦਰ ਦੀ ਆਲਸ ਦੀ ਰਜਾਈ ਹੈ। ਅੰਮ੍ਰਿਤ ਵੇਲੇ ਮੈਂ ਸਾਰਿਆਂ ਦੇ ਉੱਪਰ ਦੇ ਦਿੰਦਾ ਏ ਤੇ ਜਿਹੜੇ ਰੱਬ ਦੇ ਪਿਆਰੇ ਨੇ, ਇਹ ਰਜਾਈ ਦੇ ਵਿੱਚੋਂ ਛਿੱਦਰ ਕਰਕੇ ਛੇਕ ਕਰਕੇ ਬਾਹਰ ਨਿਕਲ ਜਾਂਦੇ ਨੇ ਤੇ ਰੱਬ ਦੇ ਪਿਆਰਿਆਂ ਨੇ ਛੇਕ ਪਾਏ ਹੋਏ ਨੇ। ਸੋ ਜਿਹੜਾ ਖਾਲਸਾ ਹੈ ਉਹਨੇ ਕਦੇ ਆਲਸ ਨਹੀਂ ਕਰਨਾ। ਕਿਰਪਨਤਵ ਕਹਿੰਦੇ ਨੇ ਕੰਜੂਸੀ ਨੂੰ। ਗੁਰੂ ਖਾਲਸਾ ਜੀ ਖਾਲਸੇ ਨੇ ਕਦੇ ਕੰਜੂਸੀ ਨਹੀਂ ਕਰਨੀ ਸ਼ੁਭ ਪਾਸੇ ਤੋਂ। ਬਾਣੀ ਵਿੱਚ ਲਿਖਿਆ, ਬਲੰਬ ਪਾਪੰ ਨਹਿ ਬਲੰਬ ਧਰਮੰ। ਪਾਪ ਕਰਨ ਲੱਗਿਆਂ ਸਦਾ ਹੀ ਦੇਰੀ ਕਰੋ, ਧਰਮ ਦਾ ਕੰਮ ਕਰਨ ਲੱਗਿਆਂ ਕਦੇ ਦੇਰੀ ਨਾ ਕਰੋ।
ਕਿਉਂਕਿ ਗੁਰੂ ਖਾਲਸਾ ਜੀ ਦੇਰੀ ਕਰਦਿਆਂ ਕਰਦਿਆਂ ਮਨ ਦਾ ਸੁਭਾਵ ਹੈ ਕੰਜੂਸ ਹੋਣਾ, ਇਹ ਕੰਜੂਸ ਹੁੰਦਾ ਜਾਂਦਾ ਹੈ। ਇੱਕ ਵਾਰ ਕੋਈ ਖਜੂਰ ਦੇ ਬੂਟੇ ਤੇ ਚੜਿਆ ਤੇ ਖਜੂਰ ਦਾ ਬੂਟਾ ਪਤਲਾ ਜਿਹਾ ਹੁੰਦਾ, ਮਾੜਾ ਏ, ਤੇ ਕਹਿਣ ਲੱਗਾ, ਇਹ ਰੱਬਾ ਮੈਨੂੰ ਥੱਲੇ ਲਾ ਲਾ, ਮੈਂ 100 ਜਾਣਿਆਂ ਨੂੰ ਵਸਤਰ ਦਾਨ ਕਰਾਂਗਾ। ਥੋੜਾ ਜਿਹਾ ਥੱਲੇ ਆਇਆ, ਗੁਰੂ ਖਾਲਸਾ ਜੀ ਕਹਿਣ ਲੱਗਾ ਮੈਂ 75 ਨੂੰ ਕਰਾਂਗਾ। ਥੋੜਾ ਜਿਹਾ ਥੱਲੇ ਹੋਰ ਆਇਆ, ਮਨ ਕੰਜੂਸ ਹੁੰਦਾ ਜਾਵੇ, ਕਹਿੰਦਾ 50 ਨੂੰ ਹੀ ਬੜਾ ਹੈ। ਫਿਰ ਗੁਰੂ ਖਾਲਸਾ ਜੀ ਪੰਜਾਂ ਤੇ ਆ ਕੇ ਟਿਕ ਗਿਆ ਤੇ ਭੱਜ ਕੇ ਕੱਪੜੇ ਲੈ ਕੇ ਦਾਨ ਕਰਨ ਨੂੰ ਤੁਰਿਆ ਜਾਂਦਾ ਏ। ਕਿਸੇ ਨੇ ਪੁੱਛਿਆ ਕਿੱਧਰ ਭੱਜਾ ਜਾਣਾ ਏ ਭਾਈ? ਉਹ ਕਹਿਣ ਲੱਗਾ ਮਨ 100 ਤੋਂ 5 ਤੇ ਆ ਗਿਆ ਏ, ਇਹ ਬੜਾ ਕੰਜੂਸ ਹੈ, ਕੰਜੂਸੀ ਧਾਰੀ ਜਾਂਦਾ ਏ, ਮੈਨੂੰ ਡਰ ਹੈ ਵੀ ਕਿਤੇ 5 ਤੋਂ ਵੀ ਗੱਲ ਜਾਂਦੀ ਨਾ ਰਵੇ। ਇਸ ਵਾਸਤੇ ਗੁਰੂ ਕੇ ਖਾਲਸੇ ਨੇ ਸਖੀ ਸੁਭਾਵ ਰੱਖਣਾ ਹੈ। ਗੁਰੂ ਖਾਲਸਾ ਜੀ ਕੰਜੂਸ ਨਹੀਂ ਬਣਨਾ। ਅੱਜ ਕੱਲ ਤੇ ਬਹੁਤਾ ਖਾਲਸਾ ਸ਼ੁਭ ਪਾਸੇ ਤੋਂ ਕੰਜੂਸ ਹੈ ਤੇ ਬਿਅਰਥ ਗਵਾਉਣ ਵੱਲ ਨੂੰ ਸਖੀ ਹੋਇਆ ਪਿਆ ਹੈ। ਤਾਂ ਹੀ ਗੁਰੂ ਖਾਲਸਾ ਜੀ ਖਾਲਸੇ ਦੀ ਜੋਤ ਮੱਧਮ ਪੈਂਦੀ ਜਾ ਰਹੀ ਹੈ। ਇਹ ਗੁਰੂ ਖਾਲਸਾ ਜੀ ਅਮੁੱਕ ਜੋਤ ਹੈ, ਮੁੱਕੇਗੀ ਤੇ ਨਹੀਂ, ਪਰ ਮੱਧਮ ਤੇ ਪ੍ਰਚੰਡ ਰੂਪ ਗੁਰੂ ਕੇ ਖਾਲਸੇ ਦੀ ਜੋਤ ਧਾਰਦੀ ਹੀ ਆਈ ਹੈ। ਪਰ ਵਿਸ਼ੇਸ਼ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਇਹ 5 ਔਗਣ ਗੁਰੂ ਕੇ ਖਾਲਸੇ ਦੇ ਜਾਣੋ, ਜਿਹੜੇ ਖਾਲਸੇ ਨੇ ਤਿਆਗਣੇ ਹਨ। ਕਠੋਰਤ ਜੜਤ ਕੁਚਲਿਤ ਅਸੌਚੰ। ਮਹਾਰਾਜ ਕਹਿੰਦੇ ਗੁਰੂ ਕੇ ਖਾਲਸੇ ਨੇ ਕਠੋਰ ਸੁਭਾਵ ਨਹੀਂ ਰੱਖਣਾ। ਕਈ ਗੁਰੂ ਖਾਲਸਾ ਜੀ ਬਹੁਤਾ ਕਠੋਰ ਜਿਹਾ ਸੁਭਾਵ ਰੱਖਦੇ ਨੇ, ਉਹ ਕਦੇ ਮਿੱਠਾ ਨਹੀਂ ਬੋਲਦੇ। ਬਾਣੀ ਵਿੱਚ ਤੇ ਲਿਖਿਆ ਏ ਗੰਢ ਪ੍ਰੀਤੀ ਮਿੱਠੇ ਬੋਲ। ਗੁਰੂ ਕੇ ਖਾਲਸੇ ਨੂੰ ਮਿੱਠੇ ਬੋਲ ਬੋਲਣੇ ਚਾਹੀਦੇ ਨੇ, ਕਰੜਾ ਸੁਭਾਵ ਨਹੀਂ ਰੱਖਣਾ ਚਾਹੀਦਾ। ਹਾਂ, ਜਿੱਥੇ ਮਰਿਆਦਾ ਦੀ ਗੱਲ ਹੈ, ਜਿੱਥੇ ਗੁਰਬਾਣੀ ਦੇ ਸਤਿਕਾਰ ਦੀ ਗੱਲ ਹੈ, ਉੱਥੇ ਗੁਰੂ ਕੇ ਖਾਲਸੇ ਨੂੰ ਸਖਤ ਵੀ ਹੋਣਾ ਪੈਂਦਾ ਹੈ। ਪਰ ਗੁਰੂ ਖਾਲਸਾ ਜੀ ਕਿਸੇ ਨੂੰ ਖਿਮਾ ਕਰਨੀ ਹੋਵੇ, ਕਿਸੇ ਤੇ ਦਇਆ ਕਰਨੀ ਹੋਵੇ, ਉੱਥੇ ਕਠੋਰ ਸੁਭਾਵ ਨਹੀਂ ਰੱਖਣਾ ਚਾਹੀਦਾ। ਭਾਈ ਨੰਦ ਲਾਲ ਸਾਹਿਬ ਜੀ ਦੇ ਬੋਲ ਨੇ, ਸ਼ਰਮ ਕੁਨਹਾ ਸ਼ਰਮ ਕੁਨਹਾ ਸ਼ਰਮ ਕੁਨ, ਈਂਦਲੇ ਚੂ ਸੰਗੇ ਖੁਦਰਾ ਨਰਮ ਕੁਨ। ਮਾਨੀਏ ਨਰਮੀ ਗਰੀਬੀ ਆਮਦਾ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ, ਬੰਦਿਆ ਸ਼ਰਮ ਕਰ, ਸ਼ਰਮ ਕਰ, ਸ਼ਰਮ ਕਰ। ਜਿਹੜਾ ਮਨ ਪੱਥਰ ਵਰਗਾ ਕਰੀ ਫਿਰਦਾ ਹੈ ਨਾ, ਇਹਨੂੰ ਨਰਮ ਕਰ। ਤੇ ਕਿਸੇ ਨੇ ਪੁੱਛਿਆ ਭਾਈ ਸਾਹਿਬ ਜੀ ਨਰਮੀ ਕਿਹਨੂੰ ਕਹਿੰਦੇ ਨੇ? ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਜਿਹੜੀ ਮਨ ਦੀ ਗਰੀਬੀ ਹੈ ਇਹਨੂੰ ਨਰਮੀ ਕਹਿੰਦੇ ਨੇ। ਮਨ ਨੂੰ ਗਰੀਬ ਬਣਾ ਕੇ ਰੱਖਣਾ ਚਾਹੀਦਾ ਹੈ। ਤੋ ਮਹਾਰਾਜ ਕਹਿੰਦੇ ਗੁਰੂ ਕੇ ਖਾਲਸੇ ਨੂੰ ਕਠੋਰਤਾ ਨਹੀਂ ਕਰਨੀ ਚਾਹੀਦੀ, ਮਨੋਂ ਗਰੀਬ ਬਣ ਕੇ ਰਹਿਣਾ ਚਾਹੀਦਾ ਹੈ। ਜਿਵੇਂ ਬਾਣੀ ਵਿੱਚ ਲਿਖਿਆ ਹੈ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਤਿਸ ਆਗੇ ਕੋ ਟਿਕੈ ਨਾ ਵਕਾਰੀ। ਗੁਰੂ ਕੇ ਖਾਲਸੇ ਦੇ ਹੱਥ ਗਰੀਬੀ ਦੀ ਗਦਾ ਹੈ, ਸਾਰਿਆਂ ਦੇ ਚਰਨਾਂ ਦੀ ਧੂੜ ਹੋਣੀ, ਇਹ ਖੰਨਾ ਮੈਨੇ ਖੰਡਾ ਹੈ। ਇਦਾਂ ਸਨੱਧਬੱਧ ਹੋ ਕੇ ਜਦੋਂ ਗੁਰੂ ਕਾ ਖਾਲਸਾ ਤੁਰਦਾ ਹੈ, ਕੋਈ ਵੀ ਵਕਾਰੀ ਪੁਰਖ ਗੁਰੂ ਕੇ ਖਾਲਸੇ ਦੇ ਅੱਗੇ ਆ ਕੇ ਟਿਕਦਾ ਨਹੀਂ ਹੈ। ਇਹ ਛੇਵਾਂ ਔਗਣ ਹੈ ਕਠੋਰਤਾ ਦਾ। ਜੜਤਾ ਕਹਿੰਦੇ ਆ ਗੁਰੂ ਖਾਲਸਾ ਜੀ ਮੂਰਖਤਾ ਨੂੰ। ਸੰਸਾਰ ਦੇ ਉੱਪਰ ਮੂਰਖਤਾ ਬੜੀ ਕਰਦੇ ਨੇ ਲੋਕ। ਐਵੇਂ ਗੁਰੂ ਖਾਲਸਾ ਜੀ ਭਿੜੀ ਜਾਣਾ, ਐਵੇਂ ਹੂੜ ਕਰੀ ਜਾਣੀ, ਇਹਨੂੰ ਜੜਤਾ ਮੂਰਖਤਾ ਕਹਿੰਦੇ ਨੇ। ਗੁਰੂ ਕੇ ਖਾਲਸੇ ਨੇ ਮੂਰਖਤਾ ਵੀ ਤਿਆਗਣੀ ਹੈ। ਕੁਚਿਲਤ ਕਹਿੰਦੇ ਨੇ ਗੁਰੂ ਖਾਲਸਾ ਜੀ, ਕੁਚੀਲ ਭੈੜੇ ਕੁਕਰਮ, ਜਿਹੜੇ ਕੁਕਰਮ ਗੁਰਮਤਿ ਤੋਂ ਵਿਰੋਧੀ ਨੇ, ਜਿਨ੍ਹਾਂ ਕਰਮਾਂ ਨੂੰ ਕਰਕੇ ਸਮਾਜ ਦੇ ਵਿੱਚ ਧੀਮੇ ਪਈਏ, ਮੰਦੇ ਪਈਏ, ਜਿਨ੍ਹਾਂ ਕਰਮਾਂ ਨੂੰ ਕਰਕੇ ਧਾਰਮਿਕ ਸਥਾਨਾਂ ਤੇ ਮਾਨ ਨਾ ਮਿਲੇ, ਜਿਨ੍ਹਾਂ ਕਰਮਾਂ ਨੂੰ ਕਰਕੇ ਧਰਮਰਾਜੇ ਦੀ ਦਰਗਾਹ ਵਿੱਚ ਝੂਠਿਆ ਹੋਣਾ ਪਵੇ, ਉਹ ਗੁਰੂ ਕੇ ਖਾਲਸੇ ਨੂੰ ਤਿਆਗ ਹੀ ਦੇਣੇ ਚਾਹੀਦੇ ਨੇ। ਅਸੌਚੰ ਕਹਿੰਦੇ ਨੇ ਗੁਰੂ ਖਾਲਸਾ ਜੀ ਅਪਵਿੱਤਰਤਾ ਨੂੰ। ਗੁਰੂ ਕੇ ਖਾਲਸੇ ਨੂੰ ਤਨ ਦੀ ਅਪਵਿੱਤਰਤਾ ਵੀ ਤਿਆਗਣੀ ਚਾਹੀਦੀ ਹੈ ਤੇ ਮਨ ਦੀ ਅਪਵਿੱਤਰਤਾ ਵੀ ਤਿਆਗਣੀ ਚਾਹੀਦੀ ਹੈ।
ਮਨ ਵੀ ਸੁੱਚਾ ਤੇ ਸੱਚਾ ਰੱਖਣਾ ਚਾਹੀਦਾ ਹੈ। ਸਿੱਧਾ ਨੇ ਸਵਾਲ ਕੀਤਾ ਸੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਮਹਾਰਾਜ, ਬੰਦਾ ਸਚਿਆਰਾ ਕਿਵੇਂ ਹੋਵੇ, ਝੂਠ ਦੀ ਕੰਧ ਕਿਵੇਂ ਟੁੱਟੇ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੋ ਮੱਥੇ ਦੇ ਉੱਪਰ ਲਿਖਿਆ ਹੈ ਉਹਦੇ ਅਨੁਸਾਰੀ ਹੋ ਕੇ ਜਦੋਂ ਆਪਾਂ ਚੱਲਾਂਗੇ ਤਾਂ ਝੂਠ ਦੀ ਕੰਧ ਵੀ ਟੁੱਟ ਜਾਵੇਗੀ ਤੇ ਹਿਰਦਾ ਸਚਿਆਰਾ ਬਣ ਜਾਵੇਗਾ। ਤੋ ਮਹਾਰਾਜ ਕਹਿੰਦੇ, ਮਨ ਤੇ ਤਨ ਦੀ ਝੂਠ ਜਿਹੜੀ ਹੈ ਨਾ, ਉਹਦਾ ਗੁਰੂ ਕੇ ਖਾਲਸੇ ਨੇ ਤਿਆਗ ਕਰਨਾ ਏ। ਕਲਮਾ ਮਾਸ ਅਬਗਤ ਆਨੰਦ। ਮਹਾਰਾਜ ਕਹਿੰਦੇ ਨੇ, ਗੁਰੂ ਕੇ ਖਾਲਸੇ ਨੇ ਕਲਮਾ ਮਾਸ, ਇਹ ਗੁਰੂ ਖਾਲਸਾ ਜੀ ਇਕੱਠਾ ਹੀ ਪਦ ਹੈ। ਵਿਦਵਾਨ ਪੁਰਖਾਂ ਨੇ ਇਹਦਾ ਅਰਥ ਕੀਤਾ ਏ ਕਲਮਾਮ ਅੰਸ਼। ਕਲਮਾਮ ਕਹਿੰਦੇ ਨੇ ਪਾਪ, ਪਾਪਾਂ ਦੀ ਅੰਸ਼ ਕਰਕੇ ਜਿਹੜੇ ਕਰਮ ਹੋਣ ਉਹ ਗੁਰੂ ਕੇ ਖਾਲਸੇ ਨੂੰ ਨਹੀਂ ਕਰਨੇ ਚਾਹੀਦੇ, ਜਿਨ੍ਹਾਂ ਤੋਂ ਪਾਪਾਂ ਦੀ ਅੰਸ਼ ਪੈਦਾ ਹੋਵੇ। ਗੁਰੂ ਖਾਲਸਾ ਜੀ, ਜਦੋਂ ਆਪਾਂ ਭੈੜੇ ਕੰਮ ਕਰਦੇ ਹਾਂ ਤੇ ਉਸ ਵਕਤ ਭੈੜੇ ਕਰਮ ਪਾਪਾਂ ਦਾ ਰੂਪ ਧਾਰਨ ਕਰ ਜਾਂਦੇ ਨੇ। ਉਹ ਪਾਪ ਅੰਸ਼ ਰੂਪ ਬਣ ਕੇ ਮਨ ਨੂੰ ਚੁੰਬੜ ਜਾਂਦੇ ਨੇ ਤੇ ਗੁਰੂ ਖਾਲਸਾ ਜੀ ਉਹੀ ਪਾਪਾਂ ਦੀ ਅੰਸ਼ ਫਿਰ ਜਨਮ ਤੇ ਮਰਨ 84 ਦੇ ਗੇੜੇ ਵਿੱਚ ਭੁਆਈ ਫਿਰਦੀ ਹੈ। ਸੋ ਗੁਰੂ ਕੇ ਖਾਲਸੇ ਨੂੰ ਜਿਨ੍ਹਾਂ ਤੋਂ ਪਾਪਾਂ ਦੀ ਅੰਸ਼ ਪੈਦਾ ਹੋਵੇ ਐਸੇ ਕਰਮ ਨਹੀਂ ਕਰਨੇ ਚਾਹੀਦੇ। ਇਹ ਗੁਰੂ ਖਾਲਸਾ ਜੀ ਵਿਦਵਾਨਾਂ ਨੇ ਅਰਥ ਕੀਤਾ ਹੈ। ਆਮ ਅਰਥ ਇਹ ਵੀ ਕਰਦੇ ਨੇ ਕਿ ਮੁਸਲਮਾਨਾਂ ਨੇ ਜਿਹਦੇ ਉੱਪਰ ਬਿਸਮਿਲ੍ਲਾ ਪੜਿਆ ਹੋਵੇ, ਐਸੀ ਕਲਮ ਪੜ੍ਹੀ ਹੋਵੇ, ਉਹ ਗੁਰੂ ਕੇ ਖਾਲਸੇ ਨੂੰ ਬਿਖਮ ਸਮੇਂ ਦੇ ਉੱਪਰ ਵੀ ਮਾਸ ਨਹੀਂ ਖਾਣਾ ਚਾਹੀਦਾ। ਗੁਰੂ ਖਾਲਸਾ ਜੀ ਜ਼ਬਾਨ ਦੇ ਸਵਾਦ ਵਾਸਤੇ ਤੇ ਮਾਸ ਖਾਣਾ ਹੀ ਨਹੀਂ ਚਾਹੀਦਾ। ਮਰਿਆਦਾ ਨੂੰ ਸਰਜੀਤ ਰੱਖਣ ਲਈ ਤੇ ਵਿਖੜੇ ਸਮੇਂ ਤੇ ਇਹ ਗੁਰੂ ਕੇ ਖਾਲਸੇ ਦੀ ਰੀਤੀ ਹੈ। ਜਦੋਂ ਜਦੋਂ ਗੁਰੂ ਕੇ ਖਾਲਸੇ ਦੇ ਔਖਾ ਸਮਾਂ ਬਣਿਆ ਹੈ, ਗੁਰੂ ਕੇ ਖਾਲਸੇ ਨੇ ਜੰਗਲਾਂ ਦੇ ਵਿੱਚ ਸ਼ਿਕਾਰ ਖੇਲਿਆ ਹੈ। ਧਰਮ ਨੂੰ ਬਚਾਉਣ ਲਈ, ਧਰਮ ਯੁੱਧ ਕਰਨ ਲਈ ਗੁਰੂ ਕਾ ਖਾਲਸਾ ਮਾਸਾਹਾਰੀ ਵੀ ਰਿਹਾ ਹੈ। ਮਰਿਆਦਾ ਨੂੰ ਸੁਰਜੀਤ ਰੱਖਣ ਲਈ ਵੀ ਗੁਰੂ ਕਾ ਖਾਲਸਾ ਮਾਸਾਹਾਰੀ ਵਰਤਾਰੇ ਵਿੱਚ ਵਰਤਦਾ ਆਇਆ ਹੈ। ਜ਼ਬਾਨ ਦੇ ਸਵਾਦ ਲਈ ਗੁਰੂ ਕਾ ਖਾਲਸਾ ਮਾਸ ਵਿਰੋਧੀ ਹੈ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਧਰਮ ਨੂੰ ਬਚਾਉਣ ਖਾਤਰ ਵੀ ਗੁਰੂ ਕੇ ਖਾਲਸੇ ਨੇ ਉਹ ਮਾਸ ਨਹੀਂ ਖਾਣਾ ਜਿਹਦੇ ਉੱਪਰ ਮੁਸਲਮਾਨਾਂ ਦਾ ਬਿਸਮਿਲ੍ਲਾ ਪੜਿਆ ਹੋਵੇ, ਉਹਨਾਂ ਦੀਆਂ ਕਲਮਾਂ ਪੜੀਆਂ ਹੋਣ। ਉਹ ਮਾਸ ਨਹੀਂ ਖਾਣਾ। ਇਹ ਗੁਰੂ ਖਾਲਸਾ ਜੀ 10ਵਾਂ ਹੈ। ਕਠੋਰਤ 6ਵਾਂ, ਜੜਤ 10ਵਾਂ ਤੇ ਕੁਚਿਲਤ 8ਵਾਂ ਤੇ ਅਸੌਚੰਗ 9ਵਾਂ ਤੇ ਕਲਮਾ ਮਾਸ, ਇਹ ਗੁਰੂ ਖਾਲਸਾ ਜੀ 10ਵਾਂ। ਅਬ ਗਤ ਆਨੰਦ, ਅਬ ਕਹੀਏ ਹਿਰਦੇ ਦੇ ਵਿੱਚ ਇਹ ਗੱਲ ਨੂੰ ਲੈ ਆਵੋ। ਹਿਰਦੇ ਕਰਕੇ ਇਹ ਗੱਲ ਨੂੰ ਮੰਨ ਲੈਣਾ ਕਰੋ। ਅਬ ਹਿਰਦੇ ਗਤ ਵਿੱਚ ਆਨੰਦ ਲੈ ਆਓ, ਭਾਵ ਹਿਰਦਿਓਂ ਇਹ ਗੱਲ ਮੰਨ ਲਓ ਕਿ ਗੁਰੂ ਕੇ ਖਾਲਸੇ ਨੇ ਇਹਨਾਂ 10 ਔਗਣਾਂ ਦਾ ਤਿਆਗ ਕਰਨਾ ਹੈ। ਕਲਮਾ ਮਾਸ ਦੀ ਜਗ੍ਹਾ ਤੇ ਗੁਰੂ ਖਾਲਸਾ ਜੀ ਕਲਮਾ ਛਾਰ ਪਾਠ ਵੀ ਹੈ ਤੇ ਇਹਦਾ ਅਰਥ ਬਣਦਾ ਇਹ ਰਾਹ ਮਾਰ ਨਹੀਂ ਕਰਨੀ, ਰਸਤੇ ਵਿੱਚ ਕਿਸੇ ਨੂੰ ਲੁੱਟਣਾ ਨਹੀਂ। ਇਹ ਵੀ ਗੁਰੂ ਖਾਲਸਾ ਜੀ ਪਾਠ ਮਿਲਦਾ ਹੈ, ਪਰ ਪ੍ਰਾਤਨ ਬੀੜਾਂ ਵਿੱਚੋਂ ਕਲਮਾ ਮਾਸ ਤੇ ਕਲਮਾਸ ਇਹੀ ਪਾਠ ਜ਼ਿਆਦਾ ਮਿਲੇ ਹਨ। 10 ਗ੍ਰਾਹੀ 10 ਤਿਆਗੀ ਐਸੋ। ਮਹਾਰਾਜ ਕਹਿੰਦੇ ਨੇ 10 ਗੁਣਾਂ ਨੂੰ ਗ੍ਰਹਿਣ ਕਰਨ ਵਾਲਾ ਤੇ 10 ਔਗਣਾਂ ਦਾ ਤਿਆਗ ਕਰਨ ਵਾਲਾ ਐਸਾ ਜਿਹੜਾ ਗੁਰੂ ਕਾ ਖਾਲਸਾ ਹੈ। ਤਾਹੇ ਖਾਲਸ ਹੈ ਕਥਤ ਸੁਜਾਨੰ। ਹਾਂ, ਉਸ ਖਾਲਸੇ ਨੂੰ ਹੀ ਸੁਜਾਨੰ ਕਹੀਏ, ਅੰਤਰਯਾਮੀ। ਕਥਤ ਮੈਨੇ ਕਹਿੰਦੇ ਹਨ ਜਾਂ ਮੈਂ ਕਹਿੰਦਾ ਹਾਂ। ਕਲਗੀਧਰ ਜੀ ਕਹਿੰਦੇ ਉਸ ਨੂੰ ਹੀ ਅੰਤਰਯਾਮੀ, ਸਿਆਣਾ ਮੈਂ ਕਹਿੰਦਾ ਹਾਂ। ਅਸ ਖਾਲਸ ਹੈ ਖਾਲਸ ਪਦ ਪ੍ਰਾਪਤ। ਹਾਂ, ਐਸਾ ਜੋ ਗੁਰੂ ਕਾ ਖਾਲਸਾ ਹੈ ਉਹਨੂੰ ਖਾਲਸ ਪਦਵੀ ਪ੍ਰਾਪਤ ਹੁੰਦੀ ਹੈ। ਗੁਰੂ ਖਾਲਸਾ ਜੀ ਖਾਲਸ ਨਾਮ ਸ਼ੁੱਧ ਦਾ ਹੈ, ਜਿਹਦੇ ਵਿੱਚ ਦ્વੈਤ ਦੁਈ ਭਾਵਨਾ ਹੋਵੇ।
ਤੋ ਦੁਈ ਭਾਵ ਤੇ ਨਿਰੰਕਾਰ ਵਿੱਚ ਨਹੀਂ ਹੈ। ਤੋ ਖਾਲਸ ਦਾ ਅਰਥ ਹੈ ਨਿਰੰਕਾਰ। ਨਿਰੰਕਾਰ ਦੀ ਪਦਵੀ ਐਸੇ ਖਾਲਸੇ ਨੂੰ ਪ੍ਰਾਪਤ ਹੁੰਦੀ ਹੈ। ਭਾਵ ਨਿਰੰਕਾਰ ਦੇ ਵਿੱਚ ਤੇ ਖਾਲਸੇ ਵਿੱਚ ਕੋਈ ਭੇਦ ਨਹੀਂ ਰਹਿੰਦਾ। ਨਿਰੰਕਾਰ ਸੋ ਸਰੂਪ ਮਹਾਨੰ। ਹਾਂ, ਸੋ ਉਹ ਖਾਲਸਾ ਨਿਰੰਕਾਰ ਦਾ ਹੀ ਮਹਾਨੰ ਕਹੀਏ ਵੱਡਾ ਸਰੂਪ ਹੁੰਦਾ ਹੈ। ਪੁਰਾਣੀਆਂ ਪੀੜਾਂ ਵਿੱਚ ਨਿਰੰਕਾਰ ਸਿਵ ਰੂਪ ਮਹਾਨ ਇਦਾਂ ਵੀ ਪਾਠ ਲਿਖਿਆ ਹੈ। ਸਿਵ ਕਹੀਏ ਕਲਿਆਣ ਕਰਨ ਵਾਲਾ ਜੋ ਨਿਰੰਕਾਰ ਹੈ, ਉਸ ਦਾ ਹੀ ਉਹ ਮਹਾਨ ਰੂਪ ਹੈ ਗੁਰੂ ਕਾ ਖਾਲਸਾ, ਜਿਨੇ 10 ਸ਼ੁਭ ਗੁਣ ਗ੍ਰਹਿਣ ਕੀਤੇ ਨੇ ਤੇ ਔਗੁਣਾਂ ਦਾ ਤਿਆਗ ਕੀਤਾ ਏ। ਜੀਵਨ ਮੁਕਤ ਵਿਚਰਤ ਬਨ ਤ੍ਰਿਨ ਮਹਿ। ਮਹਾਰਾਜ ਕਲਗੀਧਰ ਜੀ ਕਹਿੰਦੇ ਉਹ ਜੀਵਨ ਮੁਕਤ ਬਣ ਕੇ ਜੰਗਲਾਂ ਵਿੱਚ ਘਾਹ ਵਿੱਚ ਵਿਚਰਦਾ ਹੈ, ਜਿਨੇ ਇਹ 10 ਔਗਣ ਤਿਆਗੇ ਨੇ ਤੇ 10 ਗੁਣਾਂ ਨੂੰ ਧਾਰਨ ਕੀਤਾ ਹੈ। ਸੰਸਾਰ ਰੂਪੀ ਜੰਗਲ ਦੇ ਵਿੱਚ, ਜੀਵ ਰੂਪੀ ਘਾਹ ਦੇ ਵਿੱਚ, ਬਨਸਪਤੀ ਦੇ ਵਿੱਚ ਗੁਰੂ ਕਾ ਖਾਲਸਾ ਜੀਵਨ ਮੁਕਤ ਬਣ ਕੇ ਵਿਚਰਦਾ ਹੈ। ਦੇਵ ਭੂਤ ਦੇਵ ਹੀ ਕਹੀਐ। ਦੇਵ ਭੂਤ ਕਹਿੰਦੇ ਨੇ ਪ੍ਰਭੂ ਨੂੰ ਮੰਨਣ ਵਾਲੇ ਜੀਵ ਨੂੰ। ਐਸਾ ਜਿਹੜਾ 10 ਔਗੁਣਾਂ ਦਾ ਤਿਆਗੀ ਤੇ 10 ਗੁਣਾਂ ਨੂੰ ਧਾਰਨ ਕਰਨ ਵਾਲਾ ਦੇਵ ਭੂਤ, ਪ੍ਰਭੂ ਨੂੰ ਮੰਨਣ ਵਾਲਾ ਜੋ ਜੀਵ ਹੈ, ਉਹ ਦੇਵ ਕਹੀਏ ਪ੍ਰਮਾਤਮਾ ਹੀ ਕਿਹਾ ਜਾਂਦਾ ਹੈ। ਉਹਦੇ ਵਿੱਚ ਤੇ ਪ੍ਰਭੂ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਖਾਲਸ ਪਦ ਕੋ ਪ੍ਰਾਪਤ ਦੁਰਲਭ। ਮਹਾਰਾਜ ਕਹਿੰਦੇ ਆ ਖਾਲਸਾ ਜੀ, ਇਹ ਜੋ ਖਾਲਸ ਪਦਵੀ ਹੈ ਇਹਨੂੰ ਪ੍ਰਾਪਤ ਕਰਨਾ ਬੜਾ ਔਖਾ ਹੈ। ਖੰਡੇ ਦਾ ਅੰਮ੍ਰਿਤ ਛਕ ਕੇ 5 ਕੱਕਿਆਂ ਦੇ ਧਾਰਨੀ 5 ਹਾਹਿਆਂ ਦਾ ਤਿਆਗ ਕਰਨਾ ਹੀ ਜਿੱਤੇ, ਉੱਥੇ ਮਨ ਕਰਕੇ 10 ਗੁਣਾਂ ਨੂੰ ਧਾਰਨ ਕਰਨਾ, 10 ਔਗੁਣਾਂ ਦਾ ਤਿਆਗ ਕਰਨਾ, ਇਹ ਬੜਾ ਔਖਾ ਹੈ। ਝਾਤੀ ਮਾਰ ਕੇ ਵੇਖੋ ਦਿਲਾਂ ਵਿੱਚ ਕੀ ਸਾਡਾ ਦਇਆ ਵਾਲਾ ਸੁਭਾਅ ਹੈ। ਅਸੀਂ ਦਇਆਵਾਨ ਹੈਗੇ ਹਾਂ, ਅਸੀਂ ਦਾਨੀ ਹੈ, ਅਸੀਂ ਰਹਿਣੀ ਦਾ ਦਾਨ, ਵਿਵੇਕ ਦਾਨ, ਨਾਮ ਦਾਨ ਕਿਸੇ ਨੂੰ ਦਿੰਨੇ ਹੈ। ਫਿਰ ਸਾਡੇ ਵਿੱਚ ਖਿਮਾ ਕਰਨ ਦੀ ਸ਼ਮਤਾ ਹੈਗੀ ਹੈ ਕਿ ਨਹੀਂ ਹੈਗੀ? ਅੰਮ੍ਰਿਤ ਵੇਲੇ ਉੱਠ ਕੇ ਜਲ ਨਾਲ, ਫਿਰ ਗੁਰਬਾਣੀ ਨਾਲ, ਫਿਰ ਮੂਲ ਮੰਤਰ ਨਾਲ ਮਨ ਦਾ ਤਨ ਦਾ ਇਸ਼ਨਾਨ ਕਰਾਉਣੇ ਆ ਕਿ ਨਹੀਂ ਕਰਾਉਣੇ? ਫਿਰ ਸਾਡੇ ਵਿੱਚ ਸੀਤਲਤਾ ਠੰਡਕ ਹੈਗੀ ਹੈ, ਕੁੜੱਤਣ ਤੇ ਨਹੀਂ? ਮਨ ਦੀ ਤਨ ਦੀ ਸੂਖਮਤਾ ਰੱਖਦੇ ਆ ਕਿ ਨਹੀਂ ਰੱਖਦੇ? ਗੱਲ ਗੱਲ ਤੇ ਝੂਠ ਮਾਰਦੇ ਆ ਕਿ ਸਿਰ ਲੈ ਜਵੇ ਤਾਂ ਵੀ ਸੱਚ ਤੋਂ ਪਿੱਛਾ ਨਹੀਂ ਕਰਦੇ, ਪਿੱਛੇ ਨਹੀਂ ਹਟਦੇ। ਇਹ ਸਾਡੇ ਵਿੱਚ ਹੈ ਕਿ ਨਹੀਂ ਹੈ? ਵਿਰਾਗ ਵਿਵੇਕ ਜੋ ਮੁਕਤੀ ਦੇ ਸਾਧਨ ਨੇ, ਉਹਨਾਂ ਨੂੰ ਪ੍ਰਾਪਤ ਕੀਤਾ ਹੈ ਕਿ ਨਹੀਂ ਕੀਤਾ? ਜੇ ਧਰਮ ਦਾ ਯੁੱਧ ਪੈ ਜਾਂਦਾ ਗਾਂਹ ਹਟਦੇ ਆ ਕਿ ਪਿਛਾਂ ਹੋ ਜਾਂਦੇ ਆ? ਭਗਤੀ ਨੂੰ ਮੰਨਣ ਵਾਲੇ ਆ ਕਿ ਨਹੀਂ? ਇਹ 10 ਗੁਣ ਨੇ, ਜੇ ਇਹਨਾਂ ਨੂੰ ਧਾਰਨ ਕੀਤਾ, ਇਹ ਗੱਲ ਇੱਥੇ ਵੀ ਨਹੀਂ ਜੇ ਮੁੱਕੀ। ਫਿਰ ਕਹਿੰਦੇ ਆ ਵਿਰੋਧ ਮਤ ਸਾਧਨ, ਉਹ ਸਾਧਨ ਜਿਹੜੇ ਗੁਰਮਤ ਤੋਂ ਵਿਰੋਧੀ ਨੇ, ਐਸੇ ਮਤ, ਐਸੇ ਸਾਧਨ, ਉਹਨਾਂ ਦਾ ਤਿਆਗ ਕਰਨਾ। ਹਿੰਸਾ ਨਾ ਕਰਨੀ, ਹੰਕਾਰ ਨਾ ਕਰਨਾ, ਆਲਸ ਨਾ ਕਰਨਾ, ਕੰਜੂਸੀ ਨਾ ਕਰਨੀ, ਕਠੋਰਪੁਣਾ ਨਾ ਰੱਖਣਾ, ਮੂਰਖਤਾ ਨਾ ਕਰਨੀ, ਭੈੜੇ ਕੁਕਰਮ ਨਹੀਂ ਕਰਨੇ, ਅਪਵਿੱਤਰਤਾ ਨਹੀਂ ਰੱਖਣੀ, ਕਲਮਾ ਪੜਿਆ ਮਾਸ ਨਹੀਂ ਖਾਣਾ, ਜਾਂ ਪਾਪਾਂ ਦੀ ਅੰਸ਼ ਵਾਲੇ ਕੁਕਰਮ ਨਹੀਂ ਕਰਨੇ। ਗੁਰੂ ਖਾਲਸਾ ਜੀ ਆਪਣੇ ਮਨਾਂ ਵੱਲ ਝਾਤੀ ਮਾਰ ਕੇ ਵੇਖੀਏ ਕਿ ਅਸੀਂ ਇਹਨਾਂ ਔਗੁਣਾਂ ਦਾ ਤਿਆਗ ਕੀਤਾ ਹੈ। ਜੇ ਇਹਨਾਂ ਗੁਣਾਂ ਦਾ ਤੇ ਇਹਨਾਂ ਔਗੁਣਾਂ ਦਾ ਗ੍ਰਹਿਣ ਤੇ ਤਿਆਗ ਕੀਤਾ ਹੈ, 5 ਕਕਾਰਾਂ ਦੇ ਧਾਰਨੀ ਤੇ 5 ਹਾਹਿਆਂ ਦੇ ਤਿਆਗੀ ਹਾਂ, ਫਿਰ ਗੁਰੂ ਖਾਲਸਾ ਜੀ ਖਾਲਸ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਤਾਂ ਮਹਾਰਾਜ ਕਹਿੰਦੇ ਹੈ ਜਿਹੜੀ ਖਾਲਸੇ ਦੀ ਪਦਵੀ ਹੈ ਨਾ, ਇਹਦੀ ਪ੍ਰਾਪਤੀ ਕਰਨੀ ਬੜੀ ਔਖੀ ਹੈ। ਖਾਲਸਾ ਕਾ ਹੋਣਾ ਸੌਖਾ ਨਹੀਂ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦਾ ਤਖੱਲਸ ਖਾਲਸਾ ਸੀ। ਉਹ ਗੁਰੂ ਖਾਲਸਾ ਜੀ ਜੀਵਨ ਕਰਕੇ ਵੀ ਖਾਲਸੇ ਸਨ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਇਹ ਜੋ ਖਾਲਸੇ ਦੀ ਪਦਵੀ ਹੈ ਇਹ ਬੜੀ ਦੁਰਲਭ ਹੈ। ਐਸੋ ਖਾਲਸ ਹਰ ਜਨ ਚਾਹੀਐ। ਹਾਂ, ਜਿਹੜੇ ਰੱਬ ਦੇ ਜਨ ਨੇ, ਰੱਬ ਦੇ ਸੇਵਕ ਪਿਆਰੇ ਨੇ,
ਉਹਨਾਂ ਨੂੰ ਐਸੀ ਖਾਲਸੇ ਦੀ ਪਦਵੀ ਪ੍ਰਾਪਤ ਕਰਨ ਦੀ ਜੋ ਚਾਹਨਾ ਹੈ ਉਹ ਸਦਾ ਹੀ ਰੱਖਣੀ ਚਾਹੀਦੀ ਹੈ। ਕਹੀਏ ਚਾਹੀਏ ਲਹੀਏ ਅਹੀਏ ਉੱਪਰ ਅਧਿਕਾਂ ਦੇ ਨਿਸ਼ਾਨ ਨੇ। ਇਹ ਗੁਰੂ ਖਾਲਸਾ ਜੀ ਅਧਿਕਾਂ ਦੇ ਨਿਸ਼ਾਨ ਇੱਥੇ ਚਾਹੀਦੇ ਨਹੀਂ ਹਨ। ਜਲ ਤਰੰਗ ਭੇਦ ਕਛ ਨਾਹਨ। ਮਹਾਰਾਜ ਕਹਿੰਦੇ ਜਿਵੇਂ ਜਲ ਵਿੱਚ ਤੇ ਤਰੰਗ ਵਿੱਚ ਕੋਈ ਭੇਦ ਨਹੀਂ ਹੈ, ਏਦਾਂ ਹੀ ਖਾਲਸੇ ਦੇ ਵਿੱਚ ਤੇ ਨਿਰੰਕਾਰ ਦੇ ਵਿੱਚ ਕੋਈ ਭੇਦ ਨਹੀਂ ਹੈ। ਜੀਵ ਬ੍ਰਹਮ ਪਰਮਾਤਮ ਲਹੀਐ। ਜੋ ਮਹਾਰਾਜ ਕਹਿੰਦੇ ਨੇ ਜੀਵ ਤੇ ਬ੍ਰਹਮ ਤੇ ਪ੍ਰਮਾਤਮ ਦਾ ਅਰਥ ਈਸ਼। ਈਸ਼ ਤੇ ਬ੍ਰਹਮ, ਬ੍ਰਹਮ ਤੇ ਜੀਵ, ਇਹਨਾਂ ਨੂੰ ਇੱਕ ਹੀ ਜਾਣੀਦਾ ਹੈ। ਲਈਏ ਮੈਨੇ ਜਾਣੀਦਾ ਹੈ। ਜੀਵ ਤੇ ਬ੍ਰਹਮ ਵਿੱਚ ਭੇਦ ਕੋਈ ਨਹੀਂ। ਜਾਂ ਇਦਾਂ ਸਮਝ ਲਓ ਜੀਵ ਈਸ਼ ਵਿੱਚ ਜਿਵੇਂ ਇੱਕ ਹੀ ਬ੍ਰਹਮ ਜਾਣੀਦਾ ਹੈ, ਇਹਨਾਂ ਵਿੱਚ ਭੇਦ ਕੋਈ ਨਹੀਂ ਹੈ। ਇਸੇ ਤਰ੍ਹਾਂ ਸਤਿਗੁਰੂ, ਖਾਲਸਾ ਤੇ ਨਿਰੰਕਾਰ, ਇਹਨਾਂ ਤਿੰਨਾਂ ਵਿੱਚ ਕੋਈ ਭੇਦ ਨਹੀਂ ਹੈ। ਬ੍ਰਹਮ ਹੈ ਜੀਵ, ਜੀਵ ਪਾਰ ਬ੍ਰਹਮ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਵੇਂ ਜੀਵ ਤੇ ਬ੍ਰਹਮ, ਬ੍ਰਹਮ ਤੇ ਜੀਵ, ਇਹਨਾਂ ਦਾ ਤਾਣੇ ਪੇਟੇ ਵਾਲਾ ਸੰਬੰਧ ਹੈ, ਇਹ ਇੱਕ ਹੀ ਹਨ। ਇਦਾਂ ਹੀ ਖਾਲਸਾ ਤੇ ਨਿਰੰਕਾਰ, ਨਿਰੰਕਾਰ ਤੇ ਖਾਲਸਾ ਇੱਕ ਹੀ ਹੈ। ਬ੍ਰਹਮ ਹੈ ਜੀਵ, ਜੀਵ ਪਾਰ ਬ੍ਰਹਮ ਹੈ। ਇਹ ਗੁਰੂ ਖਾਲਸਾ ਜੀ ਪ੍ਰਾਤਨ ਬੀੜਾਂ ਵਿੱਚ ਇਸੇ ਤਰੀਕੇ ਨਾਲ ਹੀ ਹੈ। ਸਾਗਰ ਬੂੰਦ ਬੂੰਦ ਸਿੰਧ ਅਹੀਐ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਵੇਂ ਸਮੁੰਦਰ ਤੇ ਸਮੁੰਦਰ ਦੇ ਵਿੱਚ ਪਾਣੀ ਦੀ ਬੂੰਦ, ਇਹਦੇ ਵਿੱਚ ਕੋਈ ਭੇਦ ਨਹੀਂ ਹੈ। ਬੂੰਦ ਤੇ ਸਮੁੰਦਰ, ਸਮੁੰਦਰ ਤੇ ਬੂੰਦ ਇੱਕ ਹੀ ਹੈ। ਅਹੀਏ ਮੈਨੇ ਹੈ। ਇਦਾਂ ਹੀ ਖਾਲਸਾ ਤੇ ਨਿਰੰਕਾਰ, ਨਿਰੰਕਾਰ ਤੇ ਖਾਲਸਾ ਇੱਕ ਹੀ ਹੈ। ਨੀਲਧਾਰੀ ਗੁਰੂ ਕੇ ਖਾਲਸੇ ਵਿੱਚ ਤੇ ਨਿਰੰਕਾਰ ਦੇ ਵਿੱਚ ਕੋਈ ਫਰਕ ਨਹੀਂ ਹੈ, ਇੱਕ ਹੀ ਰੂਪ ਹੈ। ਹਰ ਹੀ ਹੋਏ ਤਉ ਕਹਾਂ ਅਚਰਜ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਜੇ ਖਾਲਸਾ ਨਿਰੰਕਾਰ ਹੈ ਤੇ ਨਿਰੰਕਾਰ ਹੋ ਗਿਆ ਤੇ ਇਹਦੇ ਵਿੱਚ ਕਿਹੜੀ ਅਚਰਜਤਾਈ ਵਾਲੀ ਗੱਲ ਹੈ। ਜੇ ਖਾਲਸੇ ਨੂੰ ਨਿਰੰਕਾਰ ਕਹਿ ਦਿੱਤਾ ਏ, ਇਹਦੇ ਵਿੱਚ ਕੋਈ ਅਚਰਜਤਾਈ ਵਾਲੀ ਗੱਲ ਨਹੀਂ ਹੈ। ਸਤਿਗੁਰ ਪਦ ਕਹੋ ਪ੍ਰਾਪਤ ਵਾਰੋ। ਹਾਂ, ਕਿਉਂਕਿ ਗੁਰੂ ਕਾ ਖਾਲਸਾ ਸਤਿਗੁਰੂ ਦੀ ਪਦਵੀ ਨੂੰ ਪ੍ਰਾਪਤ ਹੋਇਆ ਹੈ। ਚਮਕੌਰ ਸਾਹਿਬ ਮਹਾਰਾਜ ਨੇ ਪੰਜਾਂ ਸਿੰਘਾਂ ਨੂੰ ਗੁਰਤਾ ਗੱਦੀ ਦਿੱਤੀ। ਗੁਰੂ ਖਾਲਸਾ ਜੀ ਟਿੱਕਾ ਸਾਹਿਬ ਪੁਰਾਣਾ ਨਾਮ ਸੀ। ਗੁਰੂ ਕੇ ਖਾਲਸੇ ਨੂੰ ਗੁਰਿਆਈ ਦਾ ਟਿੱਕਾ ਮਹਾਰਾਜ ਨੇ ਦਿੱਤਾ ਸੀ। ਪੰਜਾਂ ਪਿਆਰਿਆਂ ਦੇ ਕੋਲੋਂ ਮਹਾਰਾਜ ਨੇ ਆਪ ਅੰਮ੍ਰਿਤ ਛਕ ਕੇ ਆਪੇ ਗੁਰਚੇਲਾ ਦਾ ਨਾਰਾ ਬੁਲੰਦ ਕੀਤਾ ਤੇ ਮਹਾਰਾਜ ਨੇ ਖਾਲਸੇ ਨੂੰ ਉਦੋਂ ਵੀ ਗੁਰਤਾ ਗੱਦੀ ਦਿੱਤੀ। ਤੇ ਸਰਬਲੋਕ ਗ੍ਰੰਥ ਵਿੱਚ ਤੇ ਮਹਾਰਾਜ ਨੇ ਕਹਿ ਹੀ ਦਿੱਤਾ ਹੈ ਕਿ ਖਾਲਸਾ ਵੀ ਸਤਿਗੁਰੂ ਦੀ ਪਦਵੀ ਨੂੰ ਪ੍ਰਾਪਤ ਹੈ, ਕਿਉਂਕਿ ਗੁਰੂ ਗ੍ਰੰਥ ਤੇ ਗੁਰੂ ਪੰਥ, ਪੰਥ ਵੀ ਗੁਰੂ ਹੈ। ਗੁਰੂ ਖਾਲਸਾ ਜੀ ਕਹਿੰਦੇ ਜੇ ਹਰੀ ਕਹਿ ਦਿੱਤਾ ਤੇ ਕਿਹੜੀ ਅਚਰਜਤਾ ਵਾਲੀ ਗੱਲ ਹੋ ਗਈ। ਖਾਲਸਾ ਵੀ ਸਤਿਗੁਰੂ ਹੀ ਹੈ। ਇਹ ਸਤਿਗੁਰਾਂ ਦੇ ਪ੍ਰਥਾਏ ਬਾਣੀ 'ਚ ਲਿਖਿਆ ਭਨ ਮਤਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਜੀ ਹਰ ਨੇ ਤੇ ਖਾਲਸਾ ਵੀ ਹਰ ਹੀ ਹੈ। ਸਿੱਖ ਪਦ ਦੋਹਨ ਤੇ ਗੌਰੋ। ਮਹਾਰਾਜ ਕਹਿੰਦੇ ਸਿੱਖਿਆ ਪਦ ਦੋਹਨ ਤੇ ਗੌਰੋ। ਜਿਹੜੀ ਸਿੱਖ ਦੀ ਪਦਵੀ ਹੈ ਨਾ ਗੁਰੂ ਕੇ ਖਾਲਸੇ ਦੇ ਕੋਲ, ਇਹ ਦੋਨਾਂ ਤੋਂ ਹੀ ਵੱਡੀ ਹੈ। ਇਹ ਹਰੀ ਤੋਂ ਵੀ ਵੱਡੀ ਹੈ ਤੇ ਸਤਿਗੁਰੂ ਤੋਂ ਵੀ ਵੱਡੀ ਹੈ। ਕਹਿੰਦੇ ਨੇ ਚਲੋ ਜੇ ਖਾਲਸੇ ਨੂੰ ਹਰੀ ਕਹਿ ਦਈਏ ਤੇ ਕੋਈ ਅਚਰਜਤਾਈ ਵਾਲੀ ਗੱਲ ਨਹੀਂ, ਕਿਉਂਕਿ ਖਾਲਸੇ ਦੇ ਕੋਲ ਵੀ ਸਤਿਗੁਰੂ ਦੀ ਪਦਵੀ ਪ੍ਰਾਪਤ ਹੈ। ਤੇ ਸਤਿਗੁਰੂ ਨਾਨਕ ਆਪ ਨਰਾਇਣ ਕਲਾ ਧਾਰ, ਜਗ ਮੈਂ ਪ੍ਰਵਰਿਓ। ਗੁਰੂ ਨਾਨਕ ਸਾਹਿਬ ਜੀ ਨਿਰੰਕਾਰ ਦਾ ਸਰੂਪ ਸਨ ਤੇ ਉਹਨਾਂ ਦੀ ਗੱਦੀ ਤੇ ਹੀ ਖਾਲਸਾ ਹੈ। ਖਾਲਸਾ ਸਤਿਗੁਰੂ ਹੈ, ਇਸ ਲਈ ਹਰੀ ਕਹਿਣ ਵਿੱਚ ਕੋਈ ਅਚਰਜਤਾ ਨਹੀਂ ਹੈ। ਨਾਲੇ ਖਾਲਸੇ ਵਿੱਚ ਤੇ ਹਰੀ ਵਿੱਚ ਤੇ ਫਰਕ ਹੀ ਕੋਈ ਨਹੀਂ। ਪਰ ਫਿਰ ਵੀ ਕਹਿੰਦੇ ਨੇ ਕਲਗੀਧਰ ਜੀ ਜਿਹੜਾ ਗੁਰੂ ਕਾ ਖਾਲਸਾ ਹੈ ਇਹਦੇ ਕੋਲੋਂ ਸਿੱਖਿਆ ਪਦਵੀ ਹੈ। ਇਹ ਸਿੱਖ ਬਣ ਕੇ ਵਿਚਰਦਾ ਹੈ, ਇਹ ਸਦਾ ਹੀ ਸਿੱਖਦਾ ਰਹਿੰਦਾ ਹੈ ਤੇ ਸਿੱਖਣ ਦਾ ਹੀ ਉਪਦੇਸ਼ ਕਰਦਾ ਹੈ। ਜਿਹੜੀ ਸਿੱਖਿਆ ਪਦਵੀ ਗੁਰੂ ਕੇ ਖਾਲਸੇ ਦੇ ਕੋਲ ਹੈ ਨਾ, ਇਹ ਦੋਨਾਂ ਤੋਂ ਹੀ ਵੱਡੀ ਹੈ। ਹਰੀ ਤੋਂ ਵੀ ਵੱਡੀ ਹੈ ਤੇ ਸਤਿਗੁਰੂ ਤੋਂ ਵੀ ਵੱਡੀ ਹੈ। ਕਿਉਂ ਵੱਡੀ ਹੈ?
ਅੱਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ। ਆਤਮ ਕੀ ਪ੍ਰਾਪਤੀ ਵਿਚਾਰੋ। ਹਾਂ, ਕਿਉਂਕਿ ਸਿੱਖ ਅਵਸਥਾ ਵਿੱਚ ਆਤਮ ਗਿਆਨ ਦੀ ਪ੍ਰਾਪਤੀ ਦੀ ਵਿਚਾਰ ਹੁੰਦੀ ਹੈ। ਖਾਲਸਾ ਸਿੱਖ ਬਣ ਕੇ ਆਤਮ ਗਿਆਨ ਦੀ ਪ੍ਰਾਪਤੀ ਦੀ ਵਿਚਾਰ ਕਰਦਾ ਰਹਿੰਦਾ ਹੈ। ਆਤਮ ਗਿਆਨ ਦੀ ਵਿਚਾਰ ਨਾ ਤੇ ਸਤਿਗੁਰੂ ਹੀ ਕਰ ਸਕਦਾ ਹੈ ਤੇ ਨਾ ਹਰੀ ਕਰ ਸਕਦਾ ਹੈ। ਇਹ ਤੇ ਸਿੱਖ ਦਾ ਫਰਜ਼ ਹੈ। ਸਿੱਖ ਦਾ ਧਰਮ ਹੈ ਆਤਮ ਗਿਆਨ ਪੜ੍ਹਨਾ। ਤੇ ਗੁਰੂ ਕੇ ਖਾਲਸੇ ਨੂੰ ਜਿਹੜੀ ਸਿੱਖ ਪਦ ਦੀ ਪਦਵੀ ਪ੍ਰਾਪਤ ਹੈ, ਇਹ ਸਤਿਗੁਰੂ ਤੇ ਹਰੀ ਤੋਂ ਵੀ ਵੱਡੀ ਹੈ। ਕਿਉਂਕਿ ਸਿੱਖ ਪਦਵੀ ਵਿੱਚ ਗੁਰੂ ਕਾ ਖਾਲਸਾ ਆਤਮ ਪ੍ਰਾਪਤੀ ਦਾ ਆਤਮ ਗਿਆਨ ਦੀ ਪ੍ਰਾਪਤੀ ਲਈ ਆਤਮ ਗਿਆਨ ਨੂੰ ਵਿਚਾਰਦਾ ਰਹਿੰਦਾ ਹੈ। ਗੁਰੂ ਖਾਲਸਾ ਜੀ ਵਿਦਵਾਨਾਂ ਨੇ ਅਰਥ ਇਹ ਵੀ ਕੀਤਾ ਹੈ, ਜੋ ਸਿੱਖ ਪਦਵੀ ਹੈ ਉਹ ਜੀਵ ਤੇ ਈਸ਼ ਦੋਨਾਂ ਤੋਂ ਹੀ ਉੱਪਰ ਹੈ। ਕਿਉਂਕਿ ਜੀਵ ਅਵਿਦਿਆ ਉਪਾਧੀ ਕਰਕੇ ਹੈ ਤੇ ਈਸ਼ ਮਾਇਆ ਉਪਾਧੀ ਕਰਕੇ ਹੈ। ਸਿੱਖ ਜਿਹੜਾ ਹੈ ਇਹ ਆਤਮ ਪਦਵੀ ਦੇ ਨਾਲ ਸੰਬੰਧ ਰੱਖਦਾ ਹੈ, ਆਤਮ ਪਦਵੀ ਦੀ ਵਿਚਾਰ ਕਰਦਾ ਹੈ। ਇਸ ਲਈ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਜੀਵ ਤੇ ਈਸ਼ ਮਾਇਆ ਉਪਾਧੀ ਕਰਕੇ ਮਾਇਆ ਵਿੱਚ ਹੀ ਫਸੇ ਹੋਏ ਨੇ। ਖਾਲਸੇ ਦੇ ਕੋਲ ਸਿੱਖਿਆ ਪਦਵੀ ਹੈ ਤੇ ਸਿੱਖਿਆ ਪਦਵੀ ਵਿੱਚ ਆਤਮ ਗਿਆਨ ਦੀ ਪ੍ਰਾਪਤੀ ਲਈ ਆਤਮ ਗਿਆਨ ਦੀ ਵਿਚਾਰ ਹੁੰਦੀ ਹੈ। ਇਸ ਲਈ ਗੁਰੂ ਕਾ ਖਾਲਸਾ ਮਹਾਨ ਹੈ। ਗੁਰੂ ਖਾਲਸਾ ਜੀ ਇਹ ਵੀ ਅਰਥ ਕਰਦੇ ਨੇ, ਜਿਵੇਂ ਗਿਆਨੀ ਹਜੂਰਾ ਸਿੰਘ ਜੀ ਹੈਡ ਗ੍ਰੰਥੀ ਹੋਏ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ, ਜਿਵੇਂ ਗਿਆਨੀ ਹਜੂਰਾ ਸਿੰਘ ਜੀ ਗੁਰੂ ਖਾਲਸਾ ਜੀ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਹੈਡ ਗ੍ਰੰਥੀ ਹੋਏ ਨੇ। ਉਹਨਾਂ ਨੇ ਸਰਬਲੋ ਬਾਣੀ ਦਾ ਬੜਾ ਪ੍ਰਚਾਰ ਤੇ ਪ੍ਰਸਾਰ ਕੀਤਾ। ਉਹਨਾਂ ਮਹਾਂਪੁਰਖਾਂ ਨੇ ਗੁਰੂ ਖਾਲਸਾ ਜੀ, ਇਹ ਜੋ ਗੁਰੂ ਕੇ ਖਾਲਸੇ ਦੀ ਮਹਿਮਾ ਹੈ, ਇਹਦਾ ਪਹਿਲੀ ਵਾਰ ਟੀਕਾ ਛਪਾਇਆ। ਬਾਅਦ ਵਿੱਚ ਭਾਵੇਂ ਗੁਰੂ ਖਾਲਸਾ ਜੀ ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਨੇ ਵੀ ਛਪਾਇਆ, ਸਵਾਮੀ ਹਰਨਾਮਦਾਸ ਜੀ ਨੇ ਵੀ ਛਪਾਇਆ। ਇਸੇ ਤਰੀਕੇ ਦੇ ਨਾਲ ਪ੍ਰਿੰਸੀਪਲ ਬਿਸ਼ਨ ਸਿੰਘ ਜੀ ਨੇ ਵੀ ਉਪਰਾਲਾ ਕੀਤਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਬਾਬਾ ਸੰਤਾ ਸਿੰਘ ਜੀ 96 ਕਰੋੜੀ ਮਹਾਂਪੁਰਖ, ਸਾਰੇ ਹੀ ਗੁਰੂ ਖਾਲਸਾ ਜੀ ਇਹਦੀ ਕਥਾ ਕਰਦੇ ਰਹੇ। ਪਰ ਜੋ ਸਭ ਤੋਂ ਪਹਿਲਾਂ ਉਪਰਾਲਾ ਕੀਤਾ ਉਹ ਸ਼੍ਰੀਮਾਨ ਬਾਬਾ ਹਜੂਰਾ ਸਿੰਘ ਜੀ ਨਿਹੰਗ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਜੂਰ ਸਾਹਿਬ ਤਖਤ ਸਾਹਿਬ ਦੇ, ਉਹਨਾਂ ਨੇ ਕੀਤਾ ਸੀ। ਉਹਨਾਂ ਨੇ ਗੁਰੂ ਖਾਲਸਾ ਜੀ ਇੱਥੇ ਪਾਠ ਛਾਪਿਆ ਸੀ, ਸਿੱਖਿਆ ਪਦ ਸਭੂਣ ਤੇ ਗੌਰਵ। ਉਹ ਕਹਿੰਦੇ ਜੋ ਸਿੱਖੀ ਦੀ ਪਦਵੀ ਹੈ ਸਭੂਣ ਤੇ ਗੌਰਵ, ਉਹ ਸਾਰਿਆਂ ਤੋਂ ਉੱਚੀ ਹੈ। ਉਹਨਾਂ ਨੇ ਇਸ ਤਰੀਕੇ ਨਾਲ ਪਾਠ ਛਾਪਿਆ ਸੀ ਆਪਣੇ ਸਟੀਕ ਵਿੱਚ। ਕਿਉਂਕਿ ਸਿੱਖਿਆ ਪਦਵੀ ਦੇ ਵਿੱਚ ਆਤਮ ਗਿਆਨ ਦੀ ਵਿਚਾਰ ਹੁੰਦੀ ਹੈ। ਆਤਮ ਕਹਿੰਦੇ ਨੇ ਨਿਜ ਸਰੂਪ ਨੂੰ, ਨਿਜ ਸਰੂਪ ਦੀ ਪ੍ਰਾਪਤੀ ਕਿਵੇਂ ਕਰਨੀ ਹੈ, ਇਹਦੀ ਵਿਚਾਰ ਸਿੱਖਿਆ ਪਦਵੀ ਵਿੱਚ ਹੁੰਦੀ ਹੈ। ਖਾਲਸੇ ਨੂੰ ਸਿੱਖ ਪਦਵੀ ਪ੍ਰਾਪਤ ਹੈ, ਇਹ ਸਾਰਿਆਂ ਤੋਂ ਉੱਚੀ ਤੇ ਸੁੱਚੀ ਹੈ। ਸਵਾਮੀ ਹਰਨਾਮਦਾਸ ਜੀ ਨੇ ਇੱਕ ਟਰੈਕਟ ਛਾਪਿਆ ਸੀ, ਉਹਨਾਂ ਨੇ ਅਰਥ ਕੀਤਾ ਸੀ, ਹਰ ਹੀ ਹੋਏ ਤੋ ਕਹਾਂ ਅਚਰਜ ਹੈ। ਜੇ ਖਾਲਸੇ ਨੂੰ ਕਹਿ ਦਈਏ ਵੀ ਖਾਲਸਾ ਹਰ ਵਿਸ਼ਨੂੰ ਭਗਵਾਨ ਹੈ ਤੇ ਕੀ ਅਚਰਜਤਾ ਹੈ। ਜੇ ਗੁਰੂ ਕੇ ਖਾਲਸੇ ਨੂੰ ਕਹਿ ਦਈਏ ਵੀ ਇਹ ਸਤਿਗੁਰੂ ਪਦਵੀ ਨੂੰ ਪ੍ਰਾਪਤ ਹੋਇਆ ਹੈ ਤਾਂ ਕੀ ਅਚਰਜਤਾ ਹੈ, ਕਿਉਂਕਿ ਖਾਲਸੇ ਦੇ ਕੋਲ ਸਿੱਖੀ ਦਾ ਪਦ ਪ੍ਰਾਪਤ ਹੈ। ਤੋ ਜੋ ਸਿੱਖੀ ਦਾ ਪਦ ਹੈ ਇਹ ਵਿਸ਼ਨੂੰ ਤੇ ਸਤਿਗੁਰੂ ਤੋਂ ਵੱਡਾ ਹੈ, ਕਿਉਂਕਿ ਸਿੱਖੀ ਪਦ ਵਿੱਚ ਆਤਮ ਗਿਆਨ ਦੀ ਵਿਚਾਰ ਹੁੰਦੀ ਹੈ। ਇਸ ਤਰੀਕੇ ਦੇ ਨਾਲ ਅਰਥ ਕੀਤੇ ਹਨ। ਤਾਸ ਮਹਾਤਮ ਨਿਜ ਮੁਖ ਗਾਵਤ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਐ ਮੇਰੇ ਖਾਲਸਾ ਜੀ, ਜੋ ਗੁਰੂ ਕਾ ਖਾਲਸਾ ਹੈ, ਤਾਸ ਤਿਸ ਦਾ ਮਹਾਤਮ ਮੈਂ ਆਪਣੇ ਮੁਖ ਤੋਂ ਗਾਵਤ ਗਾਉਂਦਾ ਹਾਂ। ਜਥਾ ਉਕਤ ਮਤ ਬੁੱਧ ਹਮਾਰੋ। ਜਥਾ ਜਿਵੇਂ ਉਕਤ ਮੈਨੇ ਕਥਨੀ ਹੈ ਤੇ ਮਤ ਬੁੱਧ ਹੈ ਮੇਰੀ, ਉਸੇ ਤਰੀਕੇ ਦੇ ਨਾਲ
ਮੈਂ ਗੁਰੂ ਕੇ ਖਾਲਸੇ ਦੀ ਵਡਿਆਈ ਕਰਦਾ ਹਾਂ। ਸੁਨਹੁ ਸੰਤ ਖਾਲਸ ਪਦ ਜਸ ਕੋ। ਹਾਂ ਇਹ ਸੰਤੋ, ਖਾਲਸੇ ਪਦਵੀ ਦੇ ਜਸ ਨੂੰ ਸੁਣੋ। ਅੱਗੇ ਮੈਂ ਹੁਣ ਖਾਲਸਾ ਸਤੋਤਰ ਉਚਾਰਾਂਗਾ, ਜਿਹਦੇ ਵਿੱਚ ਮੈਂ ਖਾਲਸੇ ਦੀ ਪਦਵੀ ਦਾ ਜਸ ਕਰਾਂਗਾ। हे ਸੰਤੋ ਮਨ ਲਾ ਕੇ ਸੁਣਨਾ ਕਰੋ। ਸ਼ਰਵਨ ਪ੍ਰਾਪਤ ਹੋਤ ਫਲ ਚਾਰੋ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹੜਾ ਸੁਣੇਗਾ ਮਨ ਚਿਤ ਲਾ ਕੇ, ਉਹਨੂੰ ਚਾਰੇ ਹੀ ਫਲ ਪ੍ਰਾਪਤ ਹੋਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੂੰ ਨਿਵਾਸ। ਇਹ ਗੁਰੂ ਖਾਲਸਾ ਜੀ ਅੱਗੇ ਮਹਾਰਾਜ ਜੀ ਖਾਲਸੇ ਦਾ ਅਸਤੋਤਰ ਉਚਾਰਨ ਕਰਨਗੇ। ਗੀਤਾ ਮਹਿ ਅਰਜੁਨ ਪ੍ਰਤ ਭਖਤ। ਮਹਾਰਾਜ ਕਲਗੀਧਰ ਜੀ ਗੀਤਾ ਦਾ ਉਦਾਹਰਣ ਦਿੰਦੇ ਨੇ। ਸ਼੍ਰੀ ਮਦ ਭਾਗਵਤ ਗੀਤਾ ਅਰਜਨ ਦੇ ਪ੍ਰਥਾਏ ਸ਼੍ਰੀ ਕ੍ਰਿਸ਼ਨ ਜੀ ਨੇ ਉਚਾਰੀ ਸੀ। ਅਰਜਨ ਦੇ ਤਾਈ ਸ਼੍ਰੀ ਮਦ ਭਾਗਵਤ ਗ੍ਰੰਥ ਦੇ ਵਿੱਚ ਗੀਤਾ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਕਹਿਣਾ ਕੀਤਾ ਸੀ। ਸ੍ਰੀ ਮਤ ਭਗਤ ਮਹਾਤਮਾ। ਹਾਂ ਸ੍ਰੀ ਮਤ ਕਹਿੰਦੇ ਨੇ ਸ਼੍ਰੋਮਣੀ ਮਤ ਵਾਲੇ ਜਾਂ ਸ੍ਰੇਸ਼ਟ ਮਤ ਵਾਲੇ ਸ਼੍ਰੀਮਾਨ ਸ਼੍ਰੀ ਕ੍ਰਿਸ਼ਨ ਜੀ, ਉਹਨਾਂ ਨੇ ਭਗਤਾਂ ਦਾ ਮਹਾਤਮ ਕਥਨ ਕੀਤਾ ਸੀ ਕਿ ਭਗਤਾਂ ਦਾ ਕਿੱਡਾ ਵੱਡਾ ਮਹਾਤਮ ਹੈ। ਭਗਤ ਗਿਆਨ ਰੂਪ ਨਿਜ ਬਰਨਾ। ਹਾਂ ਜਿਹਨੂੰ ਗਿਆਨ ਭਗਤ ਪ੍ਰਾਪਤ ਹੈ, ਗਿਆਨ ਵੀ ਪ੍ਰਾਪਤ ਹੈ ਤੇ ਭਗਤੀ ਵੀ ਪ੍ਰਾਪਤ ਹੈ। ਐਸੇ ਜਿਹੜੇ ਗਿਆਨੀ ਭਗਤ ਨੇ ਉਹਨਾਂ ਨੂੰ ਭਗਵਤ ਗੀਤਾ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਆਪਣਾ ਹੀ ਰੂਪ ਵਰਣਨ ਕਰਕੇ ਦੱਸਿਆ ਸੀ। ਪ੍ਰਾਪਤ ਜਾਂ ਕਹੋ ਆਤਮ। ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ ਸੀ, हे ਅਰਜਨ, ਜਿਹਨੂੰ ਆਤਮ ਗਿਆਨ ਪ੍ਰਾਪਤ ਹੈ ਜਾਂ ਆਤਮ ਕਹੀਏ ਨਿਜ ਸਰੂਪ ਦੀ ਪ੍ਰਾਪਤੀ ਹੈ, ਤੇ ਜਿਹੜਾ ਗਿਆਨੀ ਭਗਤ ਹੈ ਐਸਾ, ਉਹ ਮੇਰਾ ਹੀ ਰੂਪ ਹੈ। ਉਹਦੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ। ਇਹ ਸ਼੍ਰੀ ਮਦ ਭਾਗਵਤ ਗੀਤਾ ਦੇ ਵਿੱਚ ਮਹਾਰਾਜ ਕਲਗੀਧਰ ਜੀ ਕਹਿੰਦੇ ਦੱਸਿਆ ਹੈ। ਤੇ ਗੁਰੂ ਕਾ ਖਾਲਸਾ ਵੀ ਭਗਤ ਗਿਆਨੀ ਹੈ। ਗੁਰੂ ਕਾ ਖਾਲਸਾ ਵੀ ਆਤਮ ਗਿਆਨ ਦੀ ਵਿਚਾਰ ਕਰਦਾ ਹੈ, ਨਿਜ ਸਰੂਪ ਨੂੰ ਪ੍ਰਾਪਤ ਹੋਇਆ ਹੈ। ਖਾਲਸੇ ਵਿੱਚ ਤੇ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਫਰਕ ਕੋਈ ਨਹੀਂ ਹੈ। ਗੁਰੂ ਖਾਲਸਾ ਜੀ ਸ਼੍ਰੀ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਮੈਂ ਪਦ ਵਰਤਿਆ ਹੈ। ਇੱਥੋਂ ਕਈ ਚੱਕਰਤ ਹੋ ਜਾਂਦੇ ਨੇ ਕਿ ਸ਼੍ਰੀ ਕ੍ਰਿਸ਼ਨ ਮੈਂ ਕਰੀ ਜਾਂਦਾ ਹੈ। ਗੁਰੂ ਖਾਲਸਾ ਜੀ ਮੈਂ ਵੀ ਦੋ ਤਰੀਕੇ ਦੀ ਹੈ। ਇੱਕ ਸ਼ੁੱਧ ਮੈਂ ਹੈ, ਇੱਕ ਅਸ਼ੁੱਧ ਮੈਂ ਹੈ। ਸ਼ੁੱਧ ਮੈਂ ਬ੍ਰਹਮ ਦਾ ਜਨਾਇਕ ਹੈ ਤੇ ਅਸ਼ੁੱਧ ਮੈਂ ਅੰਤਸ਼ਕਰਨ ਦਾ ਜਨਾਇਕ ਹੈ। ਗੁਰੂ ਖਾਲਸਾ ਜੀ ਉੱਥੇ ਸ਼ੁੱਧ ਮੈਂ ਦੀ ਗੱਲ ਹੈ। ਕ੍ਰਿਸ਼ਨ ਜੀ ਨੇ ਸੰਸਾਰੀ ਤਲ ਤੋਂ ਉੱਪਰ ਉੱਠ ਕਰਕੇ ਨਿਰੰਕਾਰੀ ਤਲ ਦੇ ਹੋ ਕੇ ਉਪਦੇਸ਼ ਬਖਸ਼ਿਆ ਅਰਜਨ ਦੇ ਤਾਏ। ਤੋ ਉਹਦੇ ਵਿੱਚ ਕਹਿੰਦੇ ਨੇ ਮੈਂ ਗਿਆਨੀ ਭਗਤਾਂ ਨੂੰ ਆਪਣਾ ਹੀ ਰੂਪ ਮੰਨਦਾ ਹਾਂ, ਜਿਨ੍ਹਾਂ ਨੂੰ ਆਤਮ ਪਦ ਦੀ ਪ੍ਰਾਪਤੀ ਹੈ। ਮੈਂ ਇੱਥੇ ਗੁਰੂ ਖਾਲਸਾ ਜੀ ਬ੍ਰਹਮ ਦਾ ਜਨਾਇਕ ਹੈ। ਇਦਾਂ ਕਹਿ ਲਈਏ ਵੀ ਨਿਰੰਕਾਰ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਆਤਮ ਸਰੂਪ ਦੀ ਪ੍ਰਾਪਤੀ ਹੈ। ਐਸੇ ਗਿਆਨੀ ਭਗਤਾਂ ਨੂੰ ਮੈਂ ਆਪਣਾ ਹੀ ਸਰੂਪ ਜਾਣਦਾ ਹਾਂ। ਏਕਾਕਾਰ ਹੂੰ ਮਹਿਮਾ ਭਗਤਨ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਵੇਂ ਸ਼੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਉਪਦੇਸ਼ ਦਿੱਤਾ, ਇਦਾਂ ਹੀ ਮੈਂ ਗੁਰੂ ਕੇ ਖਾਲਸੇ ਨੂੰ ਵੀ ਉਪਦੇਸ਼ ਦਿੱਤਾ ਸੀ। ਸ਼੍ਰੀ ਮਦ ਭਾਗਵਤ ਗ੍ਰੰਥ ਦਾ ਮੈਂ ਟੀਕਾ ਵੀ ਕੀਤਾ। ਮੈਂ ਟੀਕਾਕਾਰ ਬਣ ਕੇ ਤੇ ਜੋ ਭਗਤਾਂ ਦੀ ਮਹਿਮਾ ਸ਼੍ਰੀ ਕ੍ਰਿਸ਼ਨ ਜੀ ਨੇ ਕਹੀ, ਅਰਜਨ ਨੂੰ ਉਪਦੇਸ਼ ਦਿੱਤਾ, ਉਹ ਮੈਂ ਵੀ ਕਹਿਣਾ ਕੀਤੀ। ਗੁਰੂ ਖਾਲਸਾ ਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਗੋਬਿੰਦ ਗੀਤਾ ਨਾਮ ਦਾ ਗ੍ਰੰਥ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਟਨੇ ਸਾਹਿਬ ਵਿਖੇ ਸਰੂਪ ਹੈ। ਉਹ ਸਰੂਪ ਦੇ ਗੁਰੂ ਖਾਲਸਾ ਜੀ ਪਿੱਛੇ ਇਹ ਗੋਬਿੰਦ ਗੀਤਾ ਲਿਖੀ ਹੋਈ ਹੈ। ਗੁਰੂ ਖਾਲਸਾ ਜੀ ਪੁਰਾਤਨ ਗ੍ਰੰਥਾਂ ਵਿੱਚ ਲਿਖਿਆ ਮਿਲਦਾ ਹੈ, ਜਿਹਾ ਕਿ ਬਾਬਾ ਸੁਮੇਰ ਸਿੰਘ ਜੀ ਨੇ ਗੁਰੂ ਖਾਲਸਾ ਜੀ ਇਹ ਪ੍ਰਸੰਗ ਲਿਖਿਆ ਹੈ ਆਪਣੇ ਗ੍ਰੰਥ ਦੇ ਵਿੱਚ। ਜਦੋਂ ਆਨੰਦਗੜ੍ਹ ਸਾਹਿਬ ਦੀ ਧਰਤੀ ਤੇ 6 ਮਹੀਨੇ ਗੁਰੂ ਕਾ ਖਾਲਸਾ ਰਿਹਾ ਹੈ ਘੇਰੇ ਵਿੱਚ,
ਤਾਂ ਕੁਜਨਾ ਨੇ ਕਿਹਾ ਮਹਾਰਾਜ ਲੜਨਾ ਕਿਹਦੇ ਨਾਲ ਹੈ, ਸਾਰੇ ਪਾਸੇ ਤੇ ਬ੍ਰਹਮ ਹੀ ਬ੍ਰਹਮ ਹੈ। ਐਸੇ ਬਚਨ ਕੀਤੇ ਤਾਂ ਮਹਾਰਾਜ ਨੇ ਜਿਵੇਂ ਸ਼੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਉਪਦੇਸ਼ ਦਿੱਤਾ ਸੀ, ਇਸੇ ਤਰ੍ਹਾਂ ਆਪਣੇ ਖਾਲਸੇ ਨੂੰ ਉਪਦੇਸ਼ ਦਿੱਤਾ। ਤੇ ਉਹ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਭਗਵਤ ਗੀਤਾ, ਜਿਹਨੂੰ ਅੱਜ ਕੱਲ੍ਹ ਪੰਥ ਵਿੱਚ ਗੋਬਿੰਦ ਗੀਤਾ ਕਹਿੰਦੇ, ਤੇ ਗੋਬਿੰਦ ਗੀਤਾ ਨਾਮ ਦਾ ਗ੍ਰੰਥ ਰਚਿਆ ਗੁਰੂ ਖਾਲਸਾ ਜੀ। ਇਹ ਸੁਤੰਤਰ ਅਨੁਵਾਦ ਹੈ। ਜਿਵੇਂ 18 ਅਧਿਆਏ ਨੇ ਹੈ ਤੇ 18 ਅਧਿਆਏ, ਪਰ ਕੁਝ ਗੁਰਮਤਿ ਦਾ ਸਿਧਾਂਤ ਵੀ ਮਹਾਰਾਜ ਨੇ ਇਹਦੇ ਨਾਲ ਲਿਖਿਆ ਹੈ। ਜਿਵੇਂ ਰਮਾਇਣ ਦਾ ਉਲੱਤਾ ਕੀਤਾ ਮਹਾਰਾਜ ਨੇ, ਪਰ ਉਹ ਸੁਤੰਤਰ ਅਨੁਵਾਦ ਹੈ। ਕੁਝ ਬਚਨ ਮਹਾਰਾਜ ਸਾਹਿਬ ਨੇ ਆਪਣੇ ਅਨੁਭਵ ਵਿੱਚੋਂ ਵੀ ਲਿਖੇ ਨੇ। ਜਿਵੇਂ ਗੁਰੂ ਖਾਲਸਾ ਜੀ ਭਗਵਤ ਸਕੰਦ ਦਾ ਮਹਾਰਾਜ ਨੇ ਕੀਤਾ ਹੈ ਅਨੁਵਾਦ, ਉਹਦੇ ਵਿੱਚ ਮਹਾਰਾਜ ਨੇ ਖੜਗ ਸਿੰਘ ਦਾ ਪ੍ਰਸੰਗ ਲਿਖਿਆ ਹੈ, ਸ਼੍ਰੀ ਕ੍ਰਿਸ਼ਨ ਦੀ ਹਾਰ ਲਿਖੀ ਹੈ। ਇਹ ਗੁਰੂ ਖਾਲਸਾ ਜੀ ਕਿਸੇ ਵੀ ਗ੍ਰੰਥ ਵਿੱਚ ਨਹੀਂ ਆਉਂਦੀ। ਹਿੰਦੂ ਧਰਮ ਦੇ ਜਿੰਨੇ ਵੀ ਭਗਵਤ ਸਕੰਦ ਨੇ, ਇਹ ਮਹਾਰਾਜ ਦਾ ਸੁਤੰਤਰ ਅਨੁਵਾਦ ਹੈ। ਇੱਦਾਂ ਮਹਾਰਾਜ ਕਹਿੰਦੇ, ਮੈਂ ਟੀਕਾਕਾਰ ਬਣ ਕੇ ਨਾ, ਤੇ ਜਿਵੇਂ ਸ਼੍ਰੀ ਕ੍ਰਿਸ਼ਨ ਨੇ ਅਰਜਨ ਨੂੰ ਉਪਦੇਸ਼ ਦਿੱਤਾ ਤੇ ਭਗਤਾਂ ਦੀ ਮਹਿਮਾ ਕੀਤੀ, ਗਿਆਨੀ ਭਗਤਾਂ ਬਾਰੇ ਦੱਸਿਆ, ਉਹ ਸਾਰਾ ਕੁਝ ਹੀ ਮੈਂ ਵਿਖਿਆਨ ਕੀਤਾ ਹੈ ਆਪਣੇ ਗ੍ਰੰਥ ਦੇ ਵਿੱਚ। ਖਾਲਸਾ ਹੈ ਪ੍ਰਤ ਹੈ ਭਾਖੀ। ਹਾਂ, ਖਾਲਸੇ ਦੇ ਤਾਈਂ ਉਹ ਭਗਤਾਂ ਦੀ ਵਡਿਆਈ ਮੈਂ ਕਹਿਣਾ ਕੀਤੀ ਹੈ। ਭਗਤ ਗਿਆਨੀਆਂ ਦਾ ਸਰੂਪ ਜੋ ਗੁਰੂ ਕੇ ਖਾਲਸੇ ਦਾ ਹੈ, ਸਾਰਾ ਹੀ ਉਹਦੇ ਵਿੱਚ ਲਿਖਣਾ ਕੀਤਾ ਹੈ। ਖਾਲਸ ਪਦ ਕਹੋ ਊਚ ਮਹਾਤਮ। ਮਹਾਰਾਜ ਕਲਗੀਧਰ ਜੀ ਕਹਿੰਦੇ, ਖਾਲਸੇ ਦੀ ਜੋ ਪਦਵੀ ਹੈ, ਇਹਦਾ ਉੱਚਾ ਤੇ ਸੁੱਚਾ ਮਹਾਤਮ ਹੈ। ਸਭ ਹੈ ਸ੍ਰਿਸ਼ਟਿਨ ਆਖੀ। ਮਹਾਰਾਜ ਕਲਗੀਧਰ ਜੀ ਕਹਿੰਦੇ, ਸਾਰੇ ਸ੍ਰੇਸ਼ਟ ਪੁਰਖਾਂ ਨੇ ਇਹ ਗੱਲ ਨੂੰ ਕਹਿਣਾ ਕੀਤਾ ਹੈ। ਗੁਰੂ ਖਾਲਸਾ ਜੀ ਜੋ ਮਹਾਰਾਜ ਨੇ ਭਗਵਤ ਗੀਤਾ ਅਥਵਾ ਗੋਬਿੰਦ ਗੀਤਾ ਲਿਖੀ ਹੈ, ਉਹਦੇ ਵਿੱਚ ਮਹਾਰਾਜ ਨੇ ਆਪਣੇ ਆਪ ਨੂੰ ਟੀਕਾਕਾਰ ਵਾਚ ਲਿਖਿਆ ਹੈ ਕਿ ਮੈਂ ਤੇ ਟੀਕਾਕਾਰ ਹੀ ਹਾਂ। ਸ਼੍ਰੀ ਕ੍ਰਿਸ਼ਨ ਨੇ ਦੁਆਪਰ ਦੇ ਵਿੱਚ ਗਿਆਨੀ ਭਗਤਾਂ ਨੂੰ ਵਡਿਆਈ ਦਿੱਤੀ ਸੀ, ਤੇ ਗੁਰੂ ਕਾ ਖਾਲਸਾ ਗਿਆਨੀ ਭਗਤ ਹੈ। ਮਹਾਰਾਜ ਨੇ ਜਦੋਂ ਇਹ ਖਾਲਸੇ ਦਾ ਪ੍ਰਸੰਗ ਸ਼ੁਰੂ ਕੀਤਾ ਸੀ, ਐਸੋ ਗੁਣ ਹਰ ਖਾਲਸੇ ਬਖਸ਼ਾ ਭਗਤ ਗਿਆਨੀ ਰਾਜ ਜੋਗੇਸ਼ਵਰ। ਮਹਾਰਾਜ ਸਾਹਿਬ ਜੀ ਨੇ ਭਗਤ ਗਿਆਨੀ ਤੋਂ ਸ਼ੁਰੂ ਕੀਤਾ, ਤੇ ਇਹ ਪ੍ਰਸੰਗ ਮਹਾਰਾਜ ਨੇ ਇੱਥੇ ਫਤਿਹ ਕੀਤਾ। ਇੱਥੇ ਵੀ ਭਗਤ ਗਿਆਨ ਰੂਪ ਨਿਜ ਬਰਮਾ, ਜੋ ਗੁਰੂ ਕਾ ਖਾਲਸਾ ਗਿਆਨੀ ਭਗਤ ਹੈ, ਇਹਨੂੰ ਅਕਾਲ ਪੁਰਖ ਨੇ ਆਪਣਾ ਹੀ ਰੂਪ ਦੱਸਿਆ ਹੈ। ਸ਼੍ਰੀ ਕ੍ਰਿਸ਼ਨ ਜੀ ਨੇ ਜੋ ਮਦ ਭਾਗਵਤ ਗ੍ਰੰਥ ਲਿਖਿਆ, ਉਹ ਪੜ੍ਹ ਕੇ ਵੇਖ ਲਓ। ਜੇ ਸੰਸਕ੍ਰਿਤ ਵਿੱਚ ਨਹੀਂ ਪੜ੍ਹਿਆ ਜਾਂਦਾ, ਤੇ ਖਾਲਸਾ ਜੀ ਭਗਵਤ ਗੀਤਾ ਗੋਬਿੰਦ ਗੀਤਾ ਨਵੀਂ ਟੀਕਾਕਾਰ ਬਣ ਕੇ ਭਗਤਾਂ ਦੀ ਮਹਿਮਾ ਲਿਖੀ ਹੈ, ਜੋ ਗਿਆਨੀ ਭਗਤ ਨੇ। ਖਾਲਸੇ ਦੇ ਤਾਂ ਹੀ ਮੈਂ ਉਹ ਗ੍ਰੰਥ ਸੁਣਾਇਆ ਹੈ। ਉਹ ਗ੍ਰੰਥ ਦੀ ਸਾਰੀ ਵਡਿਆਈ ਖਾਲਸੇ ਨੂੰ ਕਹੀ ਹੈ। ਖਾਲਸ ਪਦਵੀ ਦਾ ਉੱਚਾ ਤੇ ਸੁੱਚਾ ਮਹਾਤਮ ਹੈ। ਇਹ ਸਾਰਿਆਂ ਨੇ ਸ੍ਰੇਸ਼ਟ ਪੁਰਖਾਂ ਨੇ ਆਖਿਆ ਹੈ, ਕਿਉਂਕਿ ਖਾਲਸਾ ਭਗਤ ਗਿਆਨੀ ਹੈ। ਦਸਕ ਇੱਕ, ਇਹ ਦਸਾਂ ਦਾ ਮਹਾਰਾਜ ਨੇ ਇੱਕ ਛੰਦ ਲਿਖਿਆ ਹੈ। 3308 ਤੱਕ ਕਥਾ ਮਹਾਰਾਜ ਸਾਹਿਬ ਜੀ ਨੇ ਪੂਰੀਆਂ ਕਰਵਾਈ ਹੈ। ਅੱਗੇ ਗੁਰੂ ਖਾਲਸਾ ਜੀ ਖਾਲਸੇ ਦਾ ਸਤੋਤਰ ਆਵੇਗਾ। ਕੱਲ ਦੀ ਕਥਾ ਵਿੱਚ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਓ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਟੀਕਾਕਾਰ ਹੂੰ ਮਹਿਮਾ ਭਗਤਨ, ਖਾਲਸਾ ਪ੍ਰਤ ਹੈ ਭਾਖੀ। ਖਾਲਸ ਪਦ ਕਹੋ ਊਚ ਮਹਾਤਮਾ, ਸਭ ਹੈ ਸ੍ਰੇਸ਼ਟ ਨੇ ਆਖੀ। ਦਸਕ ਇੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।